ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਜਸ਼ਨਪ੍ਰੀਤ ਸਿੰਘ ਭੁੱਲਰ ਅਤੇ ਅੱਜ ਆਪਣੇ ਇਸ ਚੈਨਲ 'ਤੇ ਸਾਡੇ ਨਾਲ ਮੌਜੂਦ ਨੇ ਸਬ ਇੰਸਪੈਕਟਰ 2023 ਦਾ ਜਿਹੜਾ ਰਿਜ਼ਲਟ ਆਇਆ ਉਹਦੇ ਵਿੱਚ ਵਨ ਆਫ ਦਾ ਟੋਪਰ ਜਿਹੜੇ ਕਿ ਜਿਨ੍ਹਾਂ ਦਾ ਨਾਮ ਹੈ ਗਗਨ, ਅਤੇ ਇਹਨਾਂ ਦਾ ਓਵਰਆਲ ਰੈਂਕ ਸਬ ਇੰਸਪੈਕਟਰ ਦੇ ਪੇਪਰ ਦੇ ਵਿੱਚ ਸੈਕਿੰਡ ਆਇਆ ਅਤੇ ਇੰਟੈਲੀਜੈਂਸ ਕੇਡਰ ਦੇ ਵਿੱਚ ਫਸਟ ਰੈਂਕ ਆਇਆ। ਅਤੇ ਸਾਡੇ ਵਿਚਕਾਰ ਬੈਠੇ ਨੇ ਊਧਮਦੀਪ ਸਿੰਘ ਜਿਨ੍ਹਾਂ ਦਾ ਓਵਰਆਲ ਰੈਂਕ ਸਬ ਇੰਸਪੈਕਟਰ ਦੇ ਪੇਪਰ ਦੇ ਵਿੱਚ 19 ਆਇਆ ਅਤੇ ਡਿਸਟ੍ਰਿਕਟ ਕੇਡਰ ਵਿੱਚ 8ਵਾਂ ਰੈਂਕ ਆਇਆ। ਅੱਜ ਆਪਾਂ ਇਹਨਾਂ ਨਾਲ ਵਿਚਾਰ ਵਟਾਂਦਰੇ ਕਰਾਂਗੇ ਅਤੇ ਜਾਣਾਂਗੇ ਕਿ ਇਹਨਾਂ ਨੇ ਕਿਵੇਂ ਤਿਆਰੀ ਸ਼ੁਰੂ ਕੀਤੀ ਸੀ ਅਤੇ ਕਿਵੇਂ ਪੇਪਰ ਜਿਹੜਾ ਉਹ ਕਲੀਅਰ ਕੀਤਾ। ਸਭ ਤੋਂ ਪਹਿਲਾਂ ਹੀ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੀ ਮੁੱਢਲੀ ਸਿੱਖਿਆ ਕਿਵੇਂ ਰਹੀ ਅਤੇ ਤੁਹਾਡੇ ਪੇਰੈਂਟਸ ਜਿਹੜੇ ਉਹ ਕੀ ਕਰਦੇ ਆ, ਵਾਰੀ ਸਿਰ ਦੱਸੀ ਚੱਲਿਓ ਜੀ। ਮੇਰਾ ਨਾਮ ਊਧਮਦੀਪ ਸਿੰਘ ਹੈ ਅਤੇ ਮੈਂ ਸੰਗਰੂਰ ਦੇ ਬਟਰੁੱਖਾਂ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਗਾ। ਅਤੇ ਮੇਰੇ ਫਾਦਰ ਗੌਰਮੈਂਟ ਇੰਪਲੋਈ ਸੀਗੇ ਅਤੇ ਉਹ ਉਹਨਾਂ ਦਾ ਨਾਮ ਹੈ ਸਰਦਾਰ ਗੁਰਮੀਤ ਸਿੰਘ, ਅਤੇ ਬਿਜਲੀ ਬੋਰਡ ਦੇ ਵਿੱਚ ਉਹ ਐਜ਼ ਏ ਜੇਈ ਵਰਕ ਕਰਦੇ ਸੀਗੇ। ਅਤੇ ਮੈਨੇ ਆਪਣੀ ਮੁੱਢਲੀ ਸਿੱਖਿਆ ਲੋਕਲ CBSE ਬੇਸਿਕਲੀ ਕਨਵੈਂਟ ਸਕੂਲ ਤੋਂ ਹੀ ਕੀਤੀ ਹੈਗੀ 10ਵੀਂ ਤੱਕ, ਅਤੇ ਉਹਦੇ ਬਾਅਦ +1 +2 ਹੈ ਜਿਹੜੀ ਉਹ ਮੈਂ ਨੋਨ ਮੈਡੀਕਲ ਦੇ ਵਿੱਚ ਕੀਤੀ। ਸ਼ਹੀਦ ਭਾਈ ਦਿਆਲਾ ਜੀ ਲੌਂਗੋਵਾਲ ਸਕੂਲ ਸੀਗਾ, ਉੱਥੋਂ ਕੀਤੀ। ਅਤੇ ਬਾਅਦ ਵਿੱਚ ਮੈਨੇ BTech ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਿਦ ਕੰਪਿਊਟਰ ਸਾਇੰਸ ਕੀਤੀ, ਅਤੇ ਉਹਦੇ ਬਾਅਦ ਮੈਂ ਆਪਦੀ ਤਿਆਰੀ ਸ਼ੁਰੂ ਕੀਤੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗਗਨਦੀਪ ਸਿੰਘ ਅਤੇ ਮੈਂ ਜ਼ਿਲ੍ਹਾ ਸੰਗਰੂਰ ਤੋਂ ਬਿਲੋਂਗ ਕਰਦਾ, ਪਿੰਡ ਕਣਕਵਾਲ ਭੰਗੂਆਂ। ਅਤੇ ਮੇਰੇ ਘਰ ਦੇ ਖੇਤੀਬਾੜੀ ਨਾਲ ਸੰਬੰਧਿਤ ਨੇ ਅਤੇ ਮੇਰੀ ਸਕੂਲਿੰਗ ਅਕਾਲ ਅਕੈਡਮੀ ਤੋਂ ਹੋਈ ਆ, ਅਤੇ ਗ੍ਰੈਜੂਏਸ਼ਨ ਮੇਰੀ DAV ਕਾਲਜ ਸੈਕਟਰ 10 ਤੋਂ ਹੋਈ ਹੈ ਜੀ। ਠੀਕ ਹੈ ਜੀ। ਤੁਸੀਂ ਮੈਨੂੰ ਹੁਣ ਇਹ ਦੱਸੋ ਜੀ, ਜਿਵੇਂ ਤੁਸੀਂ ਐਜੂਕੇਸ਼ਨ ਜਦੋਂ ਪ੍ਰਾਪਤ ਕਰ ਲਈ, ਗ੍ਰੈਜੂਏਸ਼ਨ ਕਰ ਲਈ ਦੋਵੇਂ ਜਣਿਆਂ ਨੇ, ਉਸ ਤੋਂ ਬਾਅਦ ਤੁਸੀਂ ਕਿਵੇਂ ਸਰਕਾਰੀ ਨੌਕਰੀਆਂ ਵੱਲ ਕਿਵੇਂ ਆਏ, ਕਿਵੇਂ ਤੁਹਾਡਾ ਰੁਖ ਹੋਇਆ ਵੀ ਹੁਣ ਆਪਾਂ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਹਾਂ? ਜਿੱਦਾਂ ਕਿ ਮੈਂ ਪਹਿਲਾਂ ਦੱਸਿਆ, ਮੈਂ ਕੰਪਿਊਟਰ ਸਾਇੰਸ ਦੇ ਵਿੱਚ BTech ਕੀਤੀ ਹੈਗੀ, ਅਤੇ ਸਾਡੇ BTech ਉਸ ਟਾਈਮ 2012 ਦੇ ਵਿੱਚ ਟਰੈਂਡ ਸੀਗਾ ਵੀ IT ਕੰਪਨੀ ਦੇ ਵਿੱਚ ਜਾਣਾ, ਅਤੇ IT ਕੰਪਨੀ ਦਾ ਸਕੋਪ ਸੀਗਾ। ਪਰ ਉਹਦੇ ਵਿੱਚ ਇੱਕ ਦਿੱਕਤ ਸੀ, ਬੇਸਿਕਲੀ ਉਦੋਂ ਇੰਟਰਨੈਟ ਦਾ ਇੰਨਾ ਵਾਈਡ ਸਿਸਟਮ ਨਹੀਂ ਸੀ, ਮਤਲਬ ਕਿ ਇੰਟਰਨੈਟ ਹਰ ਜਗ੍ਹਾ ਅਵੇਲੇਬਲ ਨਹੀਂ ਸੀਗਾ, ਅਤੇ ਜੋਬਸ ਦਾ ਵੀ ਇੱਕ ਸਾਊਥ ਦੇ ਵਿੱਚ ਜਾਣਾ ਪੈਂਦਾ ਸੀ ਬੇਸਿਕਲੀ, ਜਿਵੇਂ ਬੈਂਗਲੋਰ, ਮੈਸੂਰ, ਹੈਦਰਾਬਾਦ, ਉੱਥੇ ਜੋਬ ਆਪਸ਼ਨ ਸੀਗੀਆਂ। ਨੌਰਥ ਦੇ ਵਿੱਚ ਜੋਬ ਆਪਸ਼ਨਸ ਬਿਲਕੁਲ ਵੀ ਨਹੀਂ ਸੀਗੀਆਂ, ਅਤੇ ਮੇਰਾ ਸੀਗਾ ਵੀ IT ਦੇ ਵਿੱਚ ਜਾਮ, ਪਰ ਮੈਂ ਲੋਕਲ ਹਮੇਸ਼ਾ ਪ੍ਰੈਫਰ ਕਰਦਾ ਸੀ। ਬੇਸਿਕਲੀ ਪੰਜਾਬ ਸਟੇਟ ਕਾਫੀ ਵਧੀਆ ਹੈਗੀ, ਅਤੇ ਇਸ ਕਰਕੇ ਮੈਂ ਚਾਹੁੰਦਾ ਸੀ ਪੰਜਾਬ ਦੇ ਵਿੱਚ ਹੀ ਕੋਈ ਆਪਦਾ ਪੜ੍ਹਾਈ ਵਗੈਰਾ ਕਰਕੇ ਇੱਥੇ ਨੌਕਰੀ ਲਈ ਜਾਵੇ, ਤਾਂ ਕਰਕੇ ਨਾ ਹੀ ਮੈਂ ਉੱਥੇ ਰਿਕਰੂਟਮੈਂਟ ਦੇ ਵਿੱਚ ਬੈਠਾ IT ਦੇ ਵਿੱਚ, ਅਤੇ ਉਸ ਦੇ ਬਾਅਦ ਮੈਂ ਤਿਆਰੀ ਸ਼ੁਰੂ ਕਰਤੀ। ਮਤਲਬ ਕਿ ਡਿਊਰਿੰਗ BTech ਦੇ ਜਦੋਂ ਲਾਸਟ ਸੈਮ ਹੁੰਦਾ ਟ੍ਰੇਨਿੰਗ ਦਾ, ਉਸ ਦੌਰਾਨ ਹੀ ਮੈਨੇ ਆਪਦੀ ਪੜ੍ਹਾਈ ਹਲਕੀ ਸ਼ੁਰੂ ਕਰ ਦਿੱਤੀ ਸੀ। ਮੈਂ ਜੀ ਗ੍ਰੈਜੂਏਸ਼ਨ ਤੋਂ ਬਾਅਦ ਸ਼ੁਰੂ ਕਰੀ ਆ ਕੰਪੀਟੀਸ਼ਨ ਦੀ ਤਿਆਰੀ, ਅਤੇ ਮੇਰੇ ਕੋਲ ਕੋਈ ਐਵੇਂ ਦਾ ਆਪਸ਼ਨ ਹੈ ਨਹੀਂ ਸੀਗਾ ਵੀ ਕਿਤੇ ਹੋਰ ਜਾ ਕੇ ਕੁਛ ਕਰੀਏ। ਮੈਂ ਲੋਕਲ ਚਾਹੀਦਾ ਸੀਗਾ ਮੈਨੂੰ ਜੋਬ, ਤਾਂ ਕਰਕੇ ਫਿਰ ਮੈਂ ਇੱਥੋਂ ਚੰਡੀਗੜ੍ਹ ਤੋਂ ਇੱਕ ਇੰਸਟੀਚਿਊਟ ਤੋਂ ਆਪਦੀ ਕੋਚਿੰਗ ਸ਼ੁਰੂ ਕਰਤੀ, ਅਤੇ ਬਸ ਫਿਰ ਲੱਗੇ ਰਹੇ ਜੀ। ਤੁਸੀਂ ਮੈਨੂੰ ਹੁਣ ਇਹ ਦੱਸੋ ਵੀ ਤੁਸੀਂ ਕਿਹੜੇ ਸਾਲ 'ਚ ਤਿਆਰੀ ਸ਼ੁਰੂ ਕੀਤੀ ਸੀਗੀ ਉੱਦਮ? ਅਤੇ ਜਿਵੇਂ ਗਗਨ ਨੇ ਵੀ ਦੱਸਿਆ ਵੀ ਕਿਸੇ ਅਕੈਡਮੀ ਤੋਂ ਤਿਆਰੀ ਸ਼ੁਰੂ ਕਰਤੀ ਸੀ, ਤੁਸੀਂ ਵੀ ਦੱਸਿਓ ਵੀ ਕੀ ਤੁਸੀਂ ਵੀ ਕੋਈ ਅਕੈਡਮੀ ਜੁਆਇਨ ਕੀਤੀ ਸੀ, ਅਤੇ ਜੇ ਕੀਤੀ ਸੀ ਤਾਂ ਕਿੰਨਾ ਟਾਈਮ ਕੀਤੀ, ਅਤੇ ਉਸ ਤੋਂ ਬਾਅਦ ਤੁਸੀਂ ਕਿਵੇਂ ਤਿਆਰੀ ਕੀਤੀ, ਅਤੇ ਸਭ ਤੋਂ ਪਹਿਲਾਂ ਤੁਸੀਂ ਕਿਹੜਾ ਪੇਪਰ ਕਲੀਅਰ ਕੀਤਾ, ਅਤੇ ਇਹ ਜਿਹੜਾ ਟਾਈਮ ਪੀਰੀਅਡ ਆ ਜਿੰਨੇ ਵੀ ਟਾਈਮ ਤੁਸੀਂ ਤਿਆਰੀ ਕੀਤੀ ਇਹਦੇ ਵਿੱਚ ਕਿਹੜੇ ਪੇਪਰ ਤੁਸੀਂ ਕਲੀਅਰ ਕੀਤੇ, ਅਤੇ ਕਿਵੇਂ ਤੁਸੀਂ ਜੇ ਪੇਪਰਾਂ 'ਚੋਂ ਰਹਿ ਗਏ, ਫੇਲ ਹੋ ਗਏ, ਤਾਂ ਕਿਵੇਂ ਉਸ ਚੀਜ਼ ਨੂੰ ਓਵਰਕਮ ਕੀਤਾ? ਐਕਚੁਅਲੀ ਮੈਨੇ 2016 ਦੇ ਵਿੱਚ ਸਾਡੀ ਡਿਗਰੀ ਪਾਸ ਆਊਟ ਹੋਣਾ ਸੀਗਾ। ਅਸੀਂ 2016 ਦੇ ਵਿੱਚ ਮੈਨੇ ਤਿਆਰੀ ਸ਼ੁਰੂ ਕਰ ਦਿੱਤੀ ਸੀਗੀ ਜਸਟ ਬੁੱਕਸ ਤੋਂ, NCERT ਵਗੈਰਾ ਪੜ੍ਹਨੀ ਸ਼ੁਰੂ ਕਰ ਦਿੱਤੀ ਅਸੀਂ, ਕਿਉਂਕਿ ਟ੍ਰੇਨਿੰਗ ਟਾਈਮ ਸੀ, ਫ੍ਰੀ ਸੀਗੇ ਅਸੀਂ ਲਗਭਗ, ਅਤੇ ਤਿਆਰੀ ਸ਼ੁਰੂ ਕਰਦੇ ਗਏ। 2016 ਦੇ ਵਿੱਚ ਸਰਕਾਰ ਬਦਲਦੀ ਹੈ ਅਤੇ ਜੋਬਸ ਦਾ ਬੰਪਰ ਜੋਬਸ ਆਈਆਂ, ਪਰ ਉਦੋਂ ਕੁਛ ਪਤਾ ਨਹੀਂ ਸੀ ਵੀ ਕਿਵੇਂ ਕੀ ਪ੍ਰੋਸੈਸ ਹੈ, ਪੈਟਰਨ ਹੀ ਨਹੀਂ ਪਤਾ ਸੀ, ਰੈਂਡਮ ਪੇਪਰ ਦੇਣ ਚਲੇ ਜਾਂਦੇ। ਜਿਵੇਂ ਉਸ ਟਾਈਮ ਸਬ ਇੰਸਪੈਕਟਰ 2016 ਦੇ ਵਿੱਚ ਨਿਕਲਿਆ ਸੀਗਾ, ਅਤੇ ਮੈਂ ਉਹਦਾ ਪੇਪਰ ਦਿੱਤਾ। ਚਲੋ ਫਿੱਟ ਸੀਗੇ, ਟਰਾਇਲ ਨਿਕਲ ਗਿਆ, ਪੇਪਰ ਦਿੱਤਾ। ਨੋਨ ਮੈਡੀਕਲ ਕਰਨ ਕਰਕੇ ਮੈਥ ਅਤੇ ਰੀਜ਼ਨਿੰਗ ਸਟਰੋਂਗ ਸੀ, ਅਤੇ ਉਦੋਂ ਦਾ ਪੇਪਰ ਦਾ ਲੈਵਲ ਉਦੋਂ ਹੁਣ ਜਿੰਨਾ ਔਖਾ ਨਹੀਂ ਸੀਗਾ, ਅਤੇ ਕੰਪੀਟੀਸ਼ਨ ਵੀ ਨਹੀਂ ਸੀ ਉਦੋਂ। ਮਤਲਬ ਕਿ ਮੇਰੇ ਬਿਲਕੁਲ ਬ੍ਰਿੰਕ ਤੋਂ ਰਿਹਾ ਸੀ, ਮੈਂ ਕਾਫੀ ਵਧੀਆ ਸਕੋਰ ਸੀਗੇ। ਅਤੇ 2016 ਦੇ ਵਿੱਚ ਮੈਂ ਕਾਰਪੋਰੇਟ ਇੰਸਪੈਕਟਰ ਦਾ ਵੀ ਪੇਪਰ ਦਿੱਤਾ ਸੀਗਾ, ਕਿਉਂਕਿ ਉਹਦੇ ਵਿੱਚ ਮੇਨਲੀ ਪਹਿਲਾ ਪੇਪਰ ਹੁੰਦਾ GS ਡੋਮੀਨੇਟਡ। ਉਹ GS ਠੀਕ ਹੋਣ ਕਾਰਨ ਉਹਦੇ ਵਿੱਚ ਵੀ ਬਿਲਕੁਲ ਮੈਂ ਬ੍ਰਿੰਕ 'ਤੇ ਸੀਗਾ, ਮਤਲਬ ਕਿ ਮੈਨੂੰ ਇੰਨਾ ਕੌਨਫੀਡੈਂਸ ਸੀਗਾ ਵੀ ਵਧੀਆ ਪੇਪਰ ਕਲੀਅਰ ਕਰਨਾ ਹੈਗਾ। ਪਰ ਉਹਦੇ ਬਾਅਦ 'ਚ ਜਦੋਂ ਮੈਂ ਤਿਆਰੀ ਸ਼ੁਰੂ ਕੀਤੀ
ਬੇਸਿਕਲੀ ਏਮ ਸੀਗਾ ਵੀ PCS ਦੇਖਿਆ ਜਾਵੇ, ਪਰ PCS 2 ਸਾਲ ਨਹੀਂ ਆਇਆ ਕਾਫੀ ਟਾਈਮ, ਅਤੇ ਫਿਰ ਥੋੜ੍ਹਾ ਡੀਮੋਟੀਵੇਸ਼ਨ ਹੋਈ ਵੀ ਹੈ ਨਹੀਂ ਗਾ। ਚਲੋ ਫਿਰ ਇੱਦਾਂ ਹੋਇਆ ਵੀ SSC ਦੀ ਤਿਆਰੀ ਕੀਤੀ ਜਾਵੇ। ਉਸ ਦੇ ਲਈ ਮੈਂ ਦਿੱਲੀ ਚਲਾ ਗਿਆ। ਦਿੱਲੀ SSC ਦੀ ਤਿਆਰੀ ਕੀਤੀ। ਇੱਕ ਤਾਂ ਉੱਥੇ ਇਨਵਾਇਰਮੈਂਟ ਦੇ ਬਹੁਤ ਜ਼ਿਆਦਾ ਇਸ਼ੂ ਨੇ ਅਤੇ ਬਿਮਾਰ ਹੋ ਜਾਂਦੇ, ਪਰ ਟੀਚਰਸ ਵਧੀਆ ਸੀਗੇ ਉੱਥੇ, ਕਿਉਂਕਿ ਉਦੋਂ ਕੰਪੀਟੀਸ਼ਨ ਲਈ ਜੇ ਕੋਈ ਵੀ ਤਿਆਰੀ ਕਰਨ ਜਾਂਦਾ ਤਾਂ ਬੇਸਿਕਲੀ ਰਜਿੰਦਰ ਨਗਰ ਜਾਂਦਾ। ਉੱਥੋਂ ਮੈਂ ਇੱਕ ਇੰਸਟੀਚਿਊਟ ਤੋਂ ਤਿਆਰੀ ਕੀਤੀ SSC ਦੀ। ਪਰ ਉਸ ਟਾਈਮ SSC ਦੇ ਵਿੱਚ ਦਿੱਕਤ ਕੀ ਆਈ, ਕੇਸ ਪਿਆ ਪੇਪਰ 'ਤੇ ਪਹਿਲੀ ਵਾਰ 3 ਸਾਲ ਰਿਜ਼ਲਟ ਨਹੀਂ ਆਇਆ, ਅਤੇ ਉੱਥੋਂ ਬੜਾ ਡੀਮੋਟੀਵੇਟ ਹੋਏ ਅਤੇ ਵਾਪਸ ਪੰਜਾਬ ਸ਼ਿਫਟ ਕੀਤਾ। ਪੰਜਾਬ 'ਚ ਇੱਥੇ ਚੰਡੀਗੜ੍ਹ ਮੈਂ AAA ਬਰਾਈਟ ਅਕੈਡਮੀ 'ਚ ਜੁਆਇਨ ਕੀਤਾ, ਤਿਆਰੀ ਕੀਤੀ। ਮੇਰੇ ਦੋਸਤ ਕਾਰਨ ਮੈਂ ਲੱਗ ਗਿਆ, ਅਤੇ ਬਾਅਦ 'ਚ ਜਦੋਂ ਮੇਰਾ ਦੋਸਤ ਵੀ ਵਾਪਸ ਚਲਾ ਗਿਆ, ਚਲੋ ਮੈਨੂੰ ਇਕੱਲਾ ਚੰਡੀਗੜ੍ਹ ਰਹਿਣਾ ਬੜਾ ਔਖਾ ਲੱਗਿਆ, ਅਤੇ ਇਸ ਕਾਰਨ ਕਰਕੇ ਮੈਂ ਵੀ ਵਾਪਸ ਸ਼ਿਫਟ ਕਰ ਗਿਆ ਸੰਗਰੂਰ ਆਪਦੇ ਲੋਕਲ। ਅਤੇ ਉੱਥੇ ਫਿਰ ਮੈਂ ਔਨਲਾਈਨ ਤਿਆਰੀ ਕੀਤੀ ਕਾਫੀ ਟਾਈਮ, ਮਤਲਬ ਕਿ ਫਰੈਂਡਸ ਤੋਂ ਸਲਾਹ ਕਰਕੇ, ਬੁੱਕਸ ਤੋਂ। ਅਤੇ ਪਹਿਲੀ ਵਾਰ ਫਿਰ ਮੇਰਾ ਮਤਲਬ ਕਿ ਐਂਡ ਤੱਕ ਜਿਹੜਾ ਪੇਪਰ ਕਲੀਅਰ ਹੋਇਆ ਉਹ ਸੀਗਾ ਬਿਜਲੀ ਬੋਰਡ ਦੇ ਵਿੱਚ ਐਜ਼ LDC, ਕਿਉਂਕਿ ਮੈਂ ਟਾਈਪਿੰਗ ਵੀ ਸਿੱਖ ਲਈ ਸੀ, ਫ੍ਰੀ ਸੀਗਾ, ਅਤੇ ਵਿੱਚ ਹੋਰ ਚੀਜ਼ਾਂ ਵੀ ਕਰਦੇ ਰਹੇ। ਪਰ ਇੱਦਾਂ ਸੀਗਾ ਵੀ ਪੜ੍ਹਾਈ 'ਤੇ ਫੋਕਸ ਰੱਖਿਆ ਅਤੇ ਕੰਸਿਸਟੈਂਸੀ ਰੱਖੀ, ਬੇਸਿਕਲੀ ਟਾਈਪਿੰਗ ਕੀਤੀ। ਅਤੇ ਬਿਜਲੀ ਬੋਰਡ LDC ਦਾ ਅਤੇ ਫਿਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਪੇਪਰ ਹੋਇਆ ਸੀਗਾ। ਇਹ ਇੱਕੋ ਦਿਨ ਸੀ। ਇੱਕ ਦਿਨ ਮੋਰਨਿੰਗ ਨੂੰ ਦੁਪਹਿਰ ਵਾਲੀ ਸ਼ਿਫਟ ਸੀਗੀ ਬਿਜਲੀ ਬੋਰਡ LDC ਦਾ, ਅਗਲੇ ਦਿਨ ਸੀਗਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਪੇਪਰ। ਤਿਆਰੀ ਕਾਫੀ ਸੀਗੀ, ਵਧੀਆ ਹੋਇਆ, ਦੋਵਾਂ 'ਚੋਂ ਵਧੀਆ ਸਕੋਰ ਆ ਗਿਆ। ਪਰ ਇਹਦੇ ਲਈ ਬਿਜਲੀ ਬੋਰਡ ਦੇ ਲਈ ਪੰਜਾਬੀ ਟਾਈਪਿੰਗ ਵੀ ਚਾਹੀਦੀ ਸੀ, ਅਤੇ ਮੈंने ਦੋਨੋਂ ਇੰਗਲਿਸ਼ ਟਾਈਪਿੰਗ ਵੀ ਸਿੱਖੀ, ਪੰਜਾਬੀ ਟਾਈਪਿੰਗ ਵੀ ਸਿੱਖੀ। 30 ਦੀ ਸਪੀਡ ਹੁੰਦੀ ਹੈ। ਫਿਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਐਗਜ਼ਾਮ ਸੀਗਾ, ਇਹਦੇ ਵਿੱਚ ਸਪੀਡ ਥੋੜ੍ਹੀ ਜ਼ਿਆਦਾ ਹੁੰਦੀ ਹੈ, 35 ਦੀ ਵਿਦਆਊਟ 100% ਐਕੂਰੇਸੀ ਨਾਲ। ਉਹਦੇ ਲਈ ਬੜੀ ਮਿਹਨਤ ਕੀਤੀ, ਬੜੇ ਉਹ ਕੀਤਾ, ਰਿਜ਼ਲਟ ਦੇ ਵਿੱਚ ਨਾਮ ਆ ਗਿਆ। ਪਰ ਕੋਵਿਡ ਕਾਰਨ ਫਿਰ 1.5 ਸਾਲ ਜੁਆਇਨਿੰਗ ਨਹੀਂ ਆਈ, ਮਤਲਬ ਕਿ, ਅਤੇ ਉਸ ਟਾਈਮ ਬੜੇ ਡੀਮੋਟੀਵੇਟ ਹੋਏ ਵੀ ਸ਼ਾਇਦ ਜੋਬਸ ਪਤਾ ਨਹੀਂ ਕੀ ਬਣੂਗਾ। ਪਰ ਫਿਰ ਵੀ ਤਿਆਰੀ ਕੰਟੀਨਿਊ ਰੱਖੀ, ਕਿਉਂਕਿ ਕੋਈ ਆਪਸ਼ਨ ਨਹੀਂ ਸੀਗਾ, ਘਰੇ ਬੈਠੇ ਸੀਗੇ, ਤਿਆਰੀ ਰੱਖੀ। ਚਲੋ ਮੇਰੀ ਬਿਜਲੀ ਬੋਰਡ ਦੇ ਵਿੱਚ ਜੁਆਇਨਿੰਗ ਆ ਗਈ, ਅਤੇ UT ਸੈਕਟਰੀਏਟ ਫਿਰ ਮੈਂ ਅਵੋਇਡ ਕੀਤਾ, ਕਿਉਂਕਿ ਮੈਨੂੰ ਸੀਗਾ ਸ਼ਾਇਦ ਬਿਜਲੀ ਬੋਰਡ ਦੇ ਵਿੱਚ ਰਹਿ ਕੇ ਮੈਨੂੰ ਟਾਈਮ ਮਿਲ ਜੂ ਪੜ੍ਹਾਈ ਲਈ, ਲੋਕਲ ਜੋਬ ਮਿਲੀ ਸੀਗੀ। ਅਤੇ ਉਹਦੇ ਦੌਰਾਨ ਮੈਂ ਪੜ੍ਹਦਾ ਰਿਹਾ। ਚਲੋ ਸਬ ਇੰਸਪੈਕਟਰ ਆਇਆ 2021 ਦੇ ਵਿੱਚ, ਕਾਫੀ ਤਿਆਰੀ ਕੀਤੀ, ਵਧੀਆ ਤਿਆਰੀ ਕੀਤੀ, ਛੁੱਟੀ ਮਿਲ ਗਈ ਸੀ ਥੋੜ੍ਹਾ ਟਾਈਮ, ਵਧੀਆ ਤਿਆਰੀ ਕੀਤੀ, ਅਤੇ ਵਧੀਆ ਸਕੋਰ ਆ ਗਏ। ਔਨਲਾਈਨ ਪੇਪਰ ਸੀਗਾ, ਵਧੀਆ ਸਕੋਰ ਆ ਗਏ, ਕਾਫੀ ਵਧੀਆ ਸਕੋਰ ਸੀਗੇ। ਅਤੇ ਇਸ ਦੇ ਵਿੱਚ ਮੈंने ਫਿਰ ਬਿਜਲੀ ਬੋਰਡ ਤੋਂ ਰਿਜ਼ਾਈਨ ਲਈ ਅਪਲਾਈ ਕਰਤਾ ਵੀ ਬਿਜਲੀ ਬੋਰਡ ਛੱਡ ਦਿੰਦੇ ਹੈਗੇ, ਅਤੇ ਸਬ ਇੰਸਪੈਕਟਰ ਹੋ ਗਿਆ, ਠੀਕ ਹੈ। ਐਕਸਾਈਜ਼ ਦੀ ਤਿਆਰੀ ਵੀ ਛੱਡਤੀ, ਓਵਰ ਕੌਨਫੀਡੈਂਸ ਹੋ ਗਏ ਬੇਸਿਕਲੀ। ਜਿੱਦਣ ਐਕਸਾਈਜ਼ ਇੰਸਪੈਕਟਰ ਦਾ ਪੇਪਰ ਦਿੱਤਾ, ਸ਼ਾਮ ਨੂੰ ਨਿਕਲੇ, ਬਿਜਲੀ ਬੋਰਡ ਵੀ ਹੱਥ ਹੋ ਗਿਆ, ਐਕਸਾਈਜ਼ ਇੰਸਪੈਕਟਰ ਵੀ ਹੱਥ ਹੋ ਗਿਆ, ਅਤੇ ਸ਼ਾਮ ਨੂੰ ਹੀ ਪਤਾ ਲੱਗਿਆ ਵੀ ਸਬ ਇੰਸਪੈਕਟਰ ਵੀ ਕੈਂਸਲ ਹੋ ਗਿਆ। ਮਤਲਬ ਕਿ ਬੜਾ ਵੱਡਾ ਝਟਕਾ ਲੱਗਿਆ, ਕਿਉਂਕਿ ਤੁਹਾਡੀ 3-4 ਮਹੀਨਿਆਂ ਦੀ ਫਰੂਟਫੁਲ ਮਿਹਨਤ ਸੀਗੀ, ਅਤੇ ਹੁਣ ਤੁਸੀਂ ਆਪਦੇ ਹੱਥੋਂ ਗਵਾ ਦਿੱਤੀ। ਅਤੇ ਫਿਰ ਵੀ ਚਲੋ ਹੌਸਲਾ ਰੱਖਿਆ, ਤਿਆਰੀ ਕੰਟੀਨਿਊ ਰੱਖੀ। ਇਸ ਦੇ ਪੈਰਲਲ ਹੋਰ ਵੀ ਸਿਸਟਮ ਕੀ ਹੋਇਆ, ਕੋਈ ਵੀ ਜੁਆਇਨਿੰਗ ਛੇਤੀ ਨਹੀਂ ਹੁੰਦੀ ਸੀ। ਜਿਵੇਂ ਸਾਡਾ ਸਰਕਾਰ ਚੇਂਜ ਹੋ ਗਈ, ਅਤੇ ਪਟਵਾਰੀ ਦੀ ਮੈਨੂੰ ਪਟਵਾਰੀ ਦੇ ਵਿੱਚ ਜੋਬ ਮਿਲ ਗਈ ਸੀਗੀ। ਇਸ ਦੌਰਾਨ ਤਿਆਰੀ ਕੀਤੀ ਸੀ, ਪੇਪਰ ਦਿੱਤਾ ਹੋਇਆ ਸੀਗਾ, ਪਰ ਪਟਵਾਰੀ ਦੀ ਜੁਆਇਨਿੰਗ ਨਹੀਂ ਆਈ ਸੀ। ਅਸੀਂ ਬੜਾ ਸੰਘਰਸ਼ ਕੀਤਾ, ਮਤਲਬ ਕਿ ਪਟਵਾਰ ਦਾ ਯੂਨੀਅਨ ਹੁੰਦਾ ਇੱਕ, ਬੇਸਿਕਲੀ ਹੁੰਦਾ ਹੈਗਾ ਸਟ੍ਰਾਈਕਸ ਵਗੈਰਾ, ਮਤਲਬ ਕਿ ਰਿਕੁਐਸਟ ਕੀਤੀਆਂ, ਹੁੰਦਾ ਜਿਹੜੇ ਪਹਿਲੂ ਹੁੰਦੇ ਨੇਗੇ ਲੀਗਲੀ, ਅਸੀਂ ਉਹਨਾਂ ਥਰੂ ਗਏ ਵੀ ਸ਼ਾਇਦ ਛੇਤੀ ਜੋਬ ਮਿਲ ਜਾਏ। ਪਰ ਜਦੋਂ ਸਰਕਾਰ ਬਦਲੀ, ਭਗਵੰਤ ਮਾਨ ਸਰਕਾਰ ਆਈ, ਇਹਨਾਂ ਦਾ ਜੋਬ ਸਟੂਡੈਂਟਸ ਪ੍ਰਤੀ ਅਤੇ ਜੋਬਸ ਪ੍ਰਤੀ ਬੜਾ ਵਧੀਆ ਨੇਚਰ ਹੈਗਾ, ਅਤੇ ਇਹਨਾਂ ਨੇ ਅਨੁਸਾਰ ਮਤਲਬ ਕਿ ਜੁਆਇਨਿੰਗ ਹੋ ਗਈ ਸਾਡੀ ਪਟਵਾਰੀ ਦੀ। ਅਤੇ ਐਜ਼ ਅ ਪਟਵਾਰੀ ਉਮੀਦਵਾਰ ਮੈਨੂੰ ਸੰਗਰੂਰ ਜ਼ਿਲ੍ਹਾ ਅਲੋਟ ਹੋਇਆ, ਅਤੇ ਮੈਂ ਇਹਦੇ ਦੇ ਵਿੱਚ ਜੋਬ ਕੀਤੀ, ਅਤੇ ਹੁਣ ਵੀ ਕੰਟੀਨਿਊਸਲੀ ਮੈਂ ਐਜ਼ ਅ ਪਟਵਾਰੀ ਉਮੀਦਵਾਰ ਵਰਕ ਕਰ ਰਿਹਾ। ਅਤੇ ਇਸ ਦੌਰਾਨ ਫਿਰ ਸਬ ਇੰਸਪੈਕਟਰ 2021 ਦਾ ਜਿਹੜਾ ਹੁਣ 22 ਦੇ ਵਿੱਚ ਪੇਪਰ ਹੋਇਆ, ਅਤੇ ਫਿਰ ਮੈਂ ਇਹਦੀ ਤਿਆਰੀ ਦੁਬਾਰਾ ਤੋਂ ਸ਼ੁਰੂ ਕੀਤੀ। ਬੇਸਿਕਲੀ ਥੋੜ੍ਹਾ ਪੜ੍ਹਦਾ ਰਹਿੰਦਾ ਸੀ, ਟੱਚ ਨਹੀਂ ਖ਼ਤਮ ਕੀਤਾ ਬਿਲਕੁਲ ਵੀ, ਅਤੇ ਤਿਆਰੀ ਕੰਟੀਨਿਊ ਰੱਖੀ। ਪੇਪਰ ਕਲੀਅਰ ਹੋਇਆ, ਪੇਪਰ 'ਚ ਵਧੀਆ ਸਕੋਰ ਲੈਤੇ, ਫਿਰ ਫਿਜ਼ੀਕਲ ਕੀਤਾ, ਫਿਰ ਫਾਈਨਲੀ ਵਧੀਆ ਸਕੋਰ ਆਏ, ਅਤੇ ਹੋਇਆ। ਮਤਲਬ ਕਿ ਮੈਂ ਕੰਸਿਸਟੈਂਸੀ ਮੇਨਟੇਨ ਰੱਖੀ, ਅਤੇ ਬਲਕਿ ਇੱਕ ਕੁਆਲੀਫਿਕੇਸ਼ਨ ਬੇਸਡ ਪੇਪਰਾਂ 'ਤੇ ਜ਼ਿਆਦਾ ਜ਼ੋਰ ਦਿੱਤਾ। ਜਿਵੇਂ ਵਕਫ ਬੋਰਡ ਆਇਆ, ਉਹਦੇ ਲਈ ਉਰਦੂ ਸਿੱਖੀ, ਕਿਉਂਕਿ ਉਹਨਾਂ ਦੇ ਵਿੱਚ ਕੰਪੀਟੀਸ਼ਨ ਨਹੀਂ ਹੁੰਦਾ। ਜਿਵੇਂ ਇੱਦਾਂ ਦੇ ਜਰਨਲ ਪੇਪਰ ਹੁੰਦੇ ਨੇ ਪਟਵਾਰੀ, ਅਤੇ ਇਹਨਾਂ 'ਚ ਕੰਪੀਟੀਸ਼ਨ ਹੁੰਦਾ, ਅਤੇ ਇਹਦੇ ਲਈ ਮਿਹਨਤ ਵੀ ਜ਼ਿਆਦਾ ਚਾਹੀਦੀ ਹੈ, ਅਤੇ ਮੈਂ ਕੀਤਾ, ਅਤੇ ਆਫਟਰ ਆਲ ਹੁਣ ਮੇਰੀ ਵਧੀਆ ਸਿਲੈਕਸ਼ਨ ਹੋਈ ਹੈ। ਅਤੇ ਜੀ ਹਾਂਜੀ, ਮੈਂ 2016 'ਚ ਇੰਸਟੀਚਿਊਟ ਜੁਆਇਨ ਕੀਤਾ ਸੀਗਾ, ਅਤੇ ਉੱਥੇ ਮੈਂ 2 ਕੁ ਮੰਥ ਲਾਏ,
ਤੇ ਫਿਰ ਮੇਰੇ ਬੇਸਿਕਸ ਕਲੀਅਰ ਹੋ ਗਏ ਤੇ ਉਸ ਤੋਂ ਬਾਅਦ ਬਸ ਫਿਰ ਜਰਨੀ ਸ਼ੁਰੂ ਹੋ ਗਈ ਕੰਪੀਟੀਸ਼ਨ ਦੀ। ਤੇ 2018 'ਚ ਮੈਂ ਐਕਸਾਈਜ਼ ਦਿੱਤਾ ਸੀਗਾ ਤੇ ਉਹਦੇ 'ਚ ਮੇਰਾ 73 ਜਾਂ 74 ਰੈਂਕ ਸੀਗਾ, ਬਟ ਪੋਸਟਸ ਘੱਟ ਸੀਗੀਆਂ। ਦੈਨ ਫਿਰ ਮੈਂ ਅਸਿਸਟੈਂਟ ਕਮਾਂਡੈਂਟ ਦਾ ਪੇਪਰ ਦਿੱਤਾ ਤੇ ਉਹ ਕੁਆਲੀਫਾਈ ਹੋ ਗਿਆ ਸੀਗਾ। ਫਿਰ ਮੈਂ ਉਹਦਾ ਪਰਸਨੈਲਿਟੀ ਟੈਸਟ ਦਿੱਤਾ UPSC ਤੇ ਉਹਦੇ 'ਚ ਫਿਰ ਮੈਂ ਮੈਰਿਟ ਆਊਟ ਹੋ ਗਿਆ। ਤੇ ਫਿਰ ਉਸ ਤੋਂ ਬਾਅਦ ਮੇਰਾ ਸੀਨੀਅਰ ਅਸਿਸਟੈਂਟ ਹੋਇਆ ਡਿਪਾਰਟਮੈਂਟ ਆਫ ਕੋਆਪਰੇਸ਼ਨ 'ਚ ਤੇ ਉਹਦੇ 'ਚੋਂ ਮੈਂ ਪੰਜਾਬੀ ਟਾਈਪਿੰਗ 'ਚੋਂ ਡਿਸਕੁਆਲੀਫਾਈ ਹੋ ਗਿਆ। ਫਿਰ ਮੈਂ ਪਟਵਾਰੀ ਦਾ ਪੇਪਰ ਦਿੱਤਾ ਤੇ ਇਹ ਕੁਆਲੀਫਾਈ ਹੋਇਆ ਤੇ 2022 'ਚ ਮੈਂ ਜੁਆਇਨ ਕੀਤਾ ਤੇ 2022 'ਚ ਫਿਰ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਸੀਗਾ, ਉਹ ਵੀ ਮੇਰਾ ਕੁਆਲੀਫਾਈ ਹੈ ਤੇ ਹੁਣ ਸਬ ਇੰਸਪੈਕਟਰ ਦਾ ਹੋ ਗਿਆ ਜੀ। ਤਾਂ ਤੁਸੀਂ ਜਿਵੇਂ ਦੋਨਾਂ ਜਣਾਂ ਨੇ ਦੱਸਿਆ ਵੀ ਤੁਹਾਡੀ ਜਰਨੀ ਕਿਵੇਂ ਰਹੀ ਹੈ, ਵੀ ਕਿਹੜੇ ਐਗਜ਼ਾਮ ਤੁਸੀਂ ਦਿੱਤੇ ਤੇ ਕਿਹੜੇ ਕਲੀਅਰ ਕੀਤਾ। ਅਗਲਾ ਸਵਾਲ ਸਾਨੂੰ ਇਹ ਹੈ ਵੀ ਜ਼ਿਆਦਾਤਰ ਕੈਂਡੀਡੇਟ ਜਿਹੜੇ ਤਿਆਰੀ ਕਰਦੇ ਆ ਉਹਨਾਂ ਨੂੰ ਮੰਨ ਲਓ 5-6 ਮਹੀਨੇ ਹੋ ਗਏ ਜਾਂ ਸਾਲ ਹੋ ਗਿਆ ਕਿਸੇ ਨੂੰ, ਜਾਂ ਕੁਝ ਕੈਂਡੀਡੇਟਸ ਨੂੰ 2 ਸਾਲ ਜਾਂ 3 ਸਾਲ ਵੀ ਹੋ ਗਏ, ਕਈਆਂ ਨੂੰ 4 ਵੀ ਹੋ ਗਏ। ਤਾਂ ਕਹਿਣ ਦਾ ਮਤਲਬ ਵੀ ਉਹ ਬਹੁਤ ਡੀਮੋਟੀਵੇਸ਼ਨ ਫੀਲ ਕਰਨ ਲੱਗ ਜਾਂਦੇ ਜਦੋਂ ਫੇਲੀਅਰ ਦੇਖਦੇ ਆ। ਤਾਂ ਤੁਸੀਂ ਆਪਦੇ ਆਪ ਨੂੰ ਕਿਵੇਂ ਹੌਸਲਾ ਦਿੱਤਾ ਵੀ ਨਹੀਂ ਯਾਰ, ਵੀ ਭਾਵੇਂ ਇੱਕ ਪੇਪਰ ਨਹੀਂ ਹੋਇਆ ਤੁਸੀਂ ਲੱਗੇ ਰਹੇ ਹੋ, ਉਹਦਾ ਕਾਰਨ ਕੀ ਸੀ? ਆਪਦੇ ਜਿਹੜੀਆਂ ਤੁਸੀਂ ਫੇਲੀਅਰ ਦੇਖੇ ਉਹਨੂੰ ਕਿਵੇਂ ਤੁਸੀਂ ਓਵਰਕਮ ਕੀਤਾ ਤੇ ਅੱਗੇ ਵਧੇ ਰਹੇ? ਦੇਖੋ, ਪਹਿਲਾਂ ਸਿਸਟਮ ਹੋਰ ਸੀਗਾ। ਪਹਿਲਾਂ ਰੈਗੂਲੈਰਿਟੀ 'ਚ ਜੋਬ ਨਹੀਂ ਨਿਕਲਦੀਆਂ ਸੀ। ਹੁਣ ਜਦੋਂ ਸਰਕਾਰ ਬਦਲੀ ਹੈ ਤਾਂ ਇਹਨਾਂ ਦਾ ਮਤਲਬ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਕਾਫੀ ਜੋਬਸ ਆ ਰਹੀਆਂ ਨੇਗੀਆਂ ਅਤੇ ਇਸ ਕਰਕੇ ਡੀਮੋਟੀਵੇਸ਼ਨ ਦਾ ਤਾਂ ਕੋਈ ਵੀ ਜੋਬਸ ਨਹੀਂ ਆ ਰਹੀ, ਇਹ ਤਾਂ ਕੋਈ ਮਤਲਬ ਕਿ ਇਸ ਟਾਈਮ ਪਹਿਲਾਂ ਸਿਨੈਰੀਓ ਸੀਗਾ, ਇਸ ਟਾਈਮ ਉਹ ਚੀਜ਼ ਨਹੀਂ ਹੈਗੀ। ਪਰ ਦੂਸਰੀ ਗੱਲ ਇਹ ਹੈ ਵੀ ਜੇ ਜੋਬ ਤੁਸੀਂ ਨੇ ਲੈ ਵੀ ਲਈ, ਕੋਈ ਵੀ ਜੋਬ ਲੈ ਲਈ, ਈਵਨ ਕਿ ਪ੍ਰਾਈਵੇਟ ਸੈਕਟਰ 'ਚ ਕੋਈ ਵੀ ਬਿਜ਼ਨਸ ਹੈ, ਉੱਥੇ ਹਮੇਸ਼ਾ ਰਿਸਕ ਰਹਿੰਦਾ ਹੀ ਰਹਿੰਦਾ ਹੈਗਾ। ਈਵਨ ਕਿ ਜੇ ਤੁਸੀਂ ਅੱਜ ਬਿਜ਼ਨਸ ਸ਼ੁਰੂ ਕਰ ਲਿਆ, ਬਿਜ਼ਨਸ ਦੇ ਵਿੱਚ ਦਿੱਕਤ ਹੈਗੀ। ਇਸ ਕਰਕੇ ਜੋਬ ਦੇ ਪਹਿਲਾਂ ਫੇਲੀਅਰ ਹੋਣਾ ਕੋਈ ਵੱਡੀ ਗੱਲ ਨਹੀਂ, ਜੋਬ ਦੇ ਬਾਅਦ ਫੇਲੀਅਰ ਹੋਣਾ ਉਹ ਬਹੁਤ ਵੱਡੀ ਦਿੱਕਤ ਹੈ। ਇਸ ਕਰਕੇ ਤੁਹਾਨੂੰ ਫੇਲੀਅਰ ਤਾਂ ਮਾਈਂਡ 'ਚੋਂ ਕੱਢ ਹੀ ਦੇਣਾ ਚਾਹੀਦਾ ਹੈਗਾ ਅਤੇ ਮੋਟੀਵੇਸ਼ਨ ਇਹ ਹੈ ਵੀ ਜਿਹੜਾ ਕੰਮ ਕਰਨਾ ਉਹ ਕਰਨੀ ਹੈਗਾ ਅਤੇ ਵਧੀਆ ਜੋਬ ਲੈਣੀ ਹੈ ਤਾਂ ਮਿਹਨਤ ਤਾਂ ਕਰਨੀ ਪਊਗੀ। ਅਤੇ ਜੋਬ ਲੈਣਾ ਹੀ ਸੌਖਾ ਕੰਮ ਹੈ, ਬਿਜ਼ਨਸ ਸੈਟਅਪ ਕਰਨਾ ਬਹੁਤ ਔਖਾ ਹੈਗਾ। ਜੋਬ ਇੱਕ ਇੱਦਾਂ ਦੀ ਚੀਜ਼ ਹੈ, ਪੇਪਰ ਕਲੀਅਰ ਅਤੇ ਜੋਬ, ਹੋਰ ਕੁਛ ਵੀ ਨਹੀਂ। ਪਰ ਇਹਦੇ ਲਈ ਤੁਹਾਨੂੰ ਮਿਹਨਤ ਚਾਹੀਦੀ ਹੈਗੀ ਅਤੇ ਤੁਹਾਨੂੰ ਵਧੀਆ ਮਿਹਨਤ ਕਰਨੀ ਚਾਹੀਦੀ ਹੈ। ਡੀਮੋਟੀਵੇਟ ਵਾਲਾ ਸੀਨ ਇੱਦਾਂ ਸੀਗਾ ਅੱਜ ਤੋਂ 2-4-5 ਜਦੋਂ ਅਸੀਂ ਜੋਬ ਸ਼ੁਰੂ ਕੀਤੀਆਂ ਉਦੋਂ ਮਤਲਬ ਕਿ ਕੋਈ ਗਾਈਡੈਂਸ ਲਈ ਨਹੀਂ ਹੁੰਦਾ ਸੀ। ਹੁਣ ਗਾਈਡੈਂਸ ਲਈ ਕਾਫੀ ਇੰਸਟੀਚਿਊਟ ਵਧੀਆ ਨੇਗੇ, ਟੀਚਰ ਗਾਈਡ ਕਰਦੇ ਨੇਗੇ। ਮਤਲਬ ਕਿ ਜਿਵੇਂ ਅਸੀਂ ਨੇ ਵੀ ਸਰ ਦੀਆਂ ਕਾਫੀ ਵੀਡੀਓਜ਼ ਦੇਖੀਆਂ ਇਹਨਾਂ ਤੋਂ ਗਾਈਡੈਂਸ ਲਈ। ਇਸ ਟਾਈਮ 'ਤੇ ਤੁਹਾਨੂੰ ਗਾਈਡੈਂਸ ਦੇਣ ਵਾਲੇ ਬਹੁਤ ਨੇਗੇ ਅਤੇ ਡੀਮੋਟੀਵੇਟ ਵਾਲਾ ਤਾਂ ਸੱਚ ਕੋਈ ਸਿਨੈਰੀਓ ਨਹੀਂ ਗਾ ਅਤੇ ਇਹ ਚੀਜ਼ ਤੁਸੀਂ। ਹਾਂਜੀ, ਮੈਂ ਤਾਂ ਜਦੋਂ ਮਤਲਬ ਕੋਚਿੰਗ ਲੈ ਰਿਹਾ ਸੀਗਾ ਅਤੇ ਕੋਈ ਪੇਪਰ ਦਿੰਦਾ ਸੀਗਾ ਤਾਂ ਫੇਲੀਅਰ ਹੋ ਜਾਂਦਾ ਸੀਗਾ ਤਾਂ ਫਿਰ ਵਧੀਆ ਨਹੀਂ ਲੱਗਦਾ ਸੀਗਾ। ਬਟ ਮੈਂ ਜਿਹੜੇ ਮੇਰੇ ਫਰੈਂਡਸ ਆਲਰੇਡੀ ਜੋਬ 'ਚ ਹੁੰਦੇ ਸੀਗੇ ਤਾਂ ਮੈਂ ਉਹਨਾਂ ਵੱਲ ਦੇਖਦਾ ਸੀ ਜਾਂ ਉਹਨਾਂ ਨਾਲ ਗੱਲਬਾਤ ਕਰਦਾ ਸੀਗਾ ਤਾਂ ਫਿਰ ਮੈਨੂੰ ਉਹਨਾਂ ਤੋਂ ਮੋਟੀਵੇਸ਼ਨ ਮਿਲ ਜਾਂਦੀ ਸੀ ਵੀ ਚਲੋ ਆਪਾਂ ਨੂੰ ਵੀ ਇੱਕ ਦਿਨ ਜੋਬ ਮਿਲ ਜੂਗੀ। ਅਤੇ ਤੁਹਾਡੀਆਂ ਵੀ ਵੀਡੀਓਜ਼ ਦੇਖਦਾ ਰਹਿੰਦਾ ਸੀਗਾ ਮੈਂ, ਬਸ ਫਿਰ ਐਵੇਂ ਅਤੇ ਬਿਜ਼ੀ ਰੱਖਿਆ ਮੈਂ ਆਪਦੇ ਆਪ ਨੂੰ। ਮਤਲਬ ਪੰਜਾਬ 'ਚ ਤਾਂ ਆਉਂਦੀਆਂ ਨਹੀਂ ਸੀਗੀਆਂ ਜੋਬਸ, ਤਾਂ ਫਿਰ ਸੈਂਟਰ ਦੀਆਂ ਸਟਾਫ ਸਿਲੈਕਸ਼ਨ ਕਮਿਸ਼ਨ ਉੱਧਰ ਹੀ ਪੇਪਰ ਦੇਈ ਜਾਂਦਾ ਸੀਗਾ ਅਤੇ ਬਸ ਫਿਰ ਵਧੀਆ ਹੋ ਗਿਆ ਜੀ। ਇੱਕ ਚੀਜ਼ ਹੋਰ ਹੈ, ਕਾਫੀ ਕੈਂਡੀਡੇਟਸ ਹੈ ਜਿਹੜੇ ਮਤਲਬ ਵੀਡੀਓ ਦੇਖ ਰਹੇ ਹੋਣਗੇ ਜਾਂ ਤਿਆਰੀ ਕਰਦੇ ਨੇ, ਉਹ ਕਈ ਵਾਰੀ ਕੁਛ ਨੰਬਰਾਂ ਤੋਂ ਜਿਵੇਂ ਮੰਨ ਲਓ ਰਹਿ ਜਾਂਦੇ ਆ ਐਗਜ਼ਾਮ 'ਚੋਂ। ਅਤੇ ਜਿਹੜੇ ਕਿ ਟੋਪਰਸ ਨੇ ਮੰਨ ਲਓ ਤੁਸੀਂ ਹੋ ਜਾਂ ਫਿਰ ਕਈ ਹੋਰ ਕੈਂਡੀਡੇਟ ਹੈ, ਜਿਵੇਂ ਪਹਿਲਾਂ ਆਪਾਂ ਇੱਕ ਸਬ ਇੰਸਪੈਕਟਰ ਸੀਗੇ ਰੈਂਕ 6 ਸ਼ਿਵ ਸ਼ੰਕਰ ਜੀ, ਉਹਨਾਂ ਦੇ ਵੀ ਇੰਟਰਵਿਊ ਲਈ ਸੀ, ਉਹਨਾਂ ਦੇ ਵੀ ਐਗਜ਼ਾਮ ਕਈ ਕਲੀਅਰ ਸੀਗੇ। ਤਾਂ ਕੁਝ ਬੱਚਿਆਂ ਨੂੰ ਇਹ ਰੁਝਾਨ ਹੋ ਜਾਂਦਾ ਨੈਗੇਟਿਵ ਸਾਈਡ ਵੱਲ ਲੈ ਜਾਂਦੇ ਵੀ ਇਹ ਜਿਹੜੇ ਟੋਪਰਸ ਨੇ ਜਾਂ ਜਿਹੜੇ ਜ਼ਿਆਦਾ ਪੜ੍ਹ ਰਹੇ ਆ ਇਹਨਾਂ ਦਾ ਤਾਂ ਹਰ ਇੱਕ ਐਗਜ਼ਾਮ ਕਲੀਅਰ ਹੋ ਜਾਂਦਾ। ਵੀ ਤੁਸੀਂ ਪਹਿਲਾਂ ਜਿਵੇਂ ਹੁਣ ਇਸ ਟਾਈਮ ਵੀ ਤੁਸੀਂ ਪਟਵਾਰੀ ਲੱਗੇ ਹੋਏ ਹੋ, ਤੁਸੀਂ ਪਹਿਲਾਂ LDC ਵੀ ਰਹੇ ਹੈ ਨਾ, ਅਤੇ ਬੱਚਿਆਂ ਨੂੰ ਇਹ ਹੋ ਜਾਂਦਾ ਯਾਰ ਇਹ ਬੰਦੇ ਸੀਟਾਂ ਖਰਾਬ ਕਰ ਰਹੇ ਆ, ਅਤੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਇਹ ਕਾਫੀ ਬੱਚਿਆਂ ਦੇ ਮਨ 'ਚ ਡਾਊਟ ਹੈ ਵੀ ਜਿਹੜੇ ਪੁਰਾਣੇ ਮਤਲਬ ਕਿ ਜਿਨ੍ਹਾਂ ਨੂੰ ਜਿਵੇਂ ਆਪਸ 'ਚ ਅਸੀਂ ਸਰਕਲ 'ਚ ਕਹਿ ਦਿੰਦੇ ਹਾਂ ਪ੍ਰੋ ਪਲੇਅਰਸ ਵੀ ਪੁਰਾਣੇ ਨੇ, ਕਾਫੀ ਟਾਈਮ ਤੋਂ ਤਿਆਰੀ ਇਹ ਸਿਨੈਰੀਓ 2016 ਤੱਕ ਸੀਗਾ, ਨੋ ਡਾਊਟ ਉਦੋਂ ਤੱਕ ਸੀਗਾ ਕਿਉਂਕਿ ਉਦੋਂ ਪੇਪਰ ਸੀਗੇ ਜਿਹੜੇ ਰੈਪੀਟੀਸ਼ਨ 'ਚ ਆਉਂਦੇ ਸੀਗੇ, ਕੋਈ ਕ੍ਰੀਏਟੀਵਿਟੀ ਘੱਟ ਸੀਗੀ, ਮਤਲਬ ਕਿ ਰੈਪੀਟੀਸ਼ਨ 'ਚ ਕੁਐਸਚਨ ਆਉਂਦੇ ਸੀਗੇ। ਜਿਹਨੇ ਪਹਿਲਾਂ ਕੁਐਸਚਨ ਪੜ੍ਹੇ ਵੀ ਹੋਏ ਨੇਗੇ ਉਹ ਈਜ਼ੀਲੀ ਦੇਖ ਲੈਂਦਾ, ਚਾਹੇ ਉਹਨੂੰ ਸਮਝ ਨਹੀਂ ਆਉਂਦਾ ਕੁਐਸਚਨ ਪੜ੍ਹਿਆ ਆਨਸਰ ਟਿਕ ਕਰ ਦਿੰਦਾ। 2016 ਤੋਂ ਬਾਅਦ ਮਤਲਬ ਕਿ ਬੋਰਡਸ ਦੇ ਵਿੱਚ ਜਿਵੇਂ
PPSC ਹੈ, PSSB ਹੈ, ਕੋਈ ਵੀ ਬੋਰਡ ਹੈ, ਇਹਨਾਂ 'ਚ ਕ੍ਰੀਏਟਿਵਿਟੀ ਆਈ, ਕਾਫੀ ਕੁਐਸਚਨ ਚੇਂਜ ਹੁੰਦੇ ਰਹੇ, ਪੈਟਰਨ ਬਦਲਦੇ ਰਹੇ। 2016 ਦੇ ਵਿੱਚ ਜਿਸ ਟਾਈਮ ਮੈਂ ਐਗਜ਼ਾਮ ਦਿੱਤੇ ਸੀਗੇ ਉਦੋਂ ਸਿਰਫ GS ਬੇਸਡ ਪੇਪਰ ਹੁੰਦਾ ਸੀਗਾ। ਉਸ ਦੇ ਬਾਅਦ 'ਚੋਂ ਰੀਜ਼ਨਿੰਗ ਆਈ, ਹੁਣ ਕੰਪਿਊਟਰ ਸਾਇੰਸ ਹੈ, ਹੁਣ ਈਵਨ ਕਿ ਤੁਸੀਂ SSC ਦੇ ਵਿੱਚ ਦੇਖੋਗੇ ਬਿਲਕੁਲ ਪੈਟਰਨ ਚੇਂਜ ਹੋ ਗਿਆ। ਇਸ ਕਰਕੇ ਹੁਣ ਉਹ ਚੀਜ਼ ਖਤਮ ਹੋ ਗਈ। ਤੁਸੀਂ ਕੋਈ ਵੀ ਰਿਜ਼ਲਟ ਚੱਕੋ, ਈਵਨ ਕਿ ਸਬ ਇੰਸਪੈਕਟਰ ਦਾ ਚੱਕੋ, ਉਹਦੇ ਵਿੱਚ ਤੁਹਾਨੂੰ 2000 ਈਅਰ ਬੋਰਨ ਬੱਚੇ ਵੀ ਮਿਲਣਗੇ, 1992 3 ਬੋਰਨ ਵੀ ਮਿਲਣਗੇ। ਇਸ ਕਰਕੇ ਉਹ ਤਾਂ ਐਵੇਂ ਹੈ ਵੀ ਜਿਹੜਾ ਮਿਹਨਤ ਕਰ ਰਿਹਾ ਉਹਨੇ ਓਬਵੀਅਸਲੀ ਜੋਬ ਲਈ ਜਾਣੀ ਹੈਗੀ। ਪਰ ਇਹ ਚੀਜ਼ ਓਬਵੀਅਸਲੀ ਵੀ ਗਲਤ ਹੈਗੀ ਵੀ ਜਿਹੜੇ ਕਹਿ ਰਹੇ ਨੇਗੇ ਵੀ ਸ਼ਾਇਦ ਵੀ ਪੁਰਾਣੇ ਪਲੇਅਰ ਨੇਗੇ ਵੀ ਇਹ ਜ਼ਿਆਦਾ ਸਕੋਰ ਲੈ ਕੇ ਵੀ ਹਮੇਸ਼ਾ ਮੈਰਿਟ 'ਚ ਆ ਰਹੇ ਨੇ, ਇੱਦਾਂ ਦਾ ਸੀਨ ਨਹੀਂ ਹੈਗਾ। ਬਸ ਇੰਨਾ ਜ਼ਰੂਰ ਹੈ ਵੀ ਉਹਨਾਂ ਨੇ ਮਿਹਨਤ ਕੀਤੀ ਹੈ ਅਤੇ ਉਹਨਾਂ ਨੇ GS 'ਤੇ ਪਕੜ ਹੈ, ਕਾਫੀ ਸਬਜੈਕਟਸ 'ਤੇ ਉਹਨਾਂ ਦੀ ਆਲਰੇਡੀ ਪਕੜ ਹੈਗੀ ਅਤੇ ਤੁਸੀਂ ਇਹ ਛੋਟੇ ਟਾਈਮ 'ਚ ਕਰ ਸਕਦੇ ਹੋਗੇ, ਸਾਲ 6 ਮਹੀਨੇ 'ਚ। ਮਤਲਬ ਕਿ ਜੇ ਤੁਸੀਂ ਵਧੀਆ ਗਾਈਡੈਂਸ, ਇੱਕ ਤਾਂ ਗਾਈਡੈਂਸ ਪ੍ਰੋਪਰ ਹੋਵੇ ਅਤੇ ਇੱਕ ਤੁਹਾਡੀ ਤਿਆਰੀ ਮਤਲਬ ਕਿ ਸੋਰਸਿਸ ਠੀਕ ਹੋਣ ਜਿਨ੍ਹਾਂ ਤੋਂ ਕਰ ਰਹੇ ਹੋ, ਤਾਂ ਤੁਸੀਂ ਜਿਹੜਾ 3-4 ਸਾਲ ਦਾ ਗੈਪ ਉਹਨੂੰ ਬੜੀ ਆਸਾਨੀ ਨਾਲ 6 ਮਹੀਨੇ ਸਾਲ 'ਚ ਟੈਕਲ ਕਰ ਸਕਦੇ ਹੋਗੇ ਇਹ ਚੀਜ਼। ਮੇਰੇ ਨਾਲ ਇਹ ਹੋਇਆ ਜੀ, ਮੈਂ ਜਦੋਂ ਮਤਲਬ 2018 ਤੋਂ ਮੇਰੇ ਰਿਜ਼ਲਟ ਆਉਣ ਲੱਗ ਗਏ ਸੀਗੇ, ਬਟ ਜਦੋਂ ਮੈਂ ਤਿਆਰੀ ਛੱਡ ਦਿੰਦਾ ਸੀਗਾ ਤਾਂ ਮੇਰਾ ਰਿਜ਼ਲਟ ਆਉਂਦਾ ਨਹੀਂ ਸੀਗਾ। ਇਹਦੀ ਇੱਕ ਐਗਜ਼ਾਮਪਲ ਹੈ, ਮੈਂ 2021 'ਚ ਪਟਵਾਰੀ ਤਾਂ ਪਾਸ ਕਰ ਲਿਆ ਸੀ, ਬਟ 2021 ਦੇ ਐਕਸਾਈਜ਼ ਦੀ ਮੈਂ ਤਿਆਰੀ ਨਹੀਂ ਕਰੀ ਅਤੇ ਮੈਂ ਉਹਦੇ 'ਚ ਮੈਰਿਟ ਲਿਸਟ 'ਚ ਆਇਆ ਨਹੀਂ ਗਾ, ਮਤਲਬ ਵੀ ਬਹੁਤ ਦੂਰ ਸੀਗਾ ਰੈਂਕ ਮੇਰਾ। ਅਤੇ ਫਿਰ ਮੈਂ ਬਾਅਦ 'ਚ ਦੁਬਾਰੇ ਤਿਆਰੀ ਸ਼ੁਰੂ ਕਰੀ ਸਬ ਇੰਸਪੈਕਟਰ ਦੀ, ਅਤੇ ਇਹਦੇ 'ਚ ਮੇਰਾ ਰੈਂਕ ਆ ਗਿਆ। ਮਤਲਬ ਵੀ ਆਪਾਂ ਜੇ ਪ੍ਰੈਪਰੇਸ਼ਨ ਚੰਗੀ ਤਰ੍ਹਾਂ ਕਰਾਂਗੇ ਤਾਂ ਹੋਊਗਾ, ਚਾਹੇ ਉਹ ਬਹੁਤ ਮਤਲਬ ਪੁਰਾਣਾ ਪਲੇਅਰ ਆ, ਚਾਹੇ ਉਹ ਨਵਾਂ, ਮਤਲਬ ਪ੍ਰੈਪਰੇਸ਼ਨ 'ਤੇ ਹੀ ਆ ਸਾਰਾ ਕੁਛ। ਤਾਂ ਜਿਵੇਂ ਦੋਵਾਂ ਜਣਿਆਂ ਨੇ ਦੱਸਿਆ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਪੁਰਾਣੇ ਪਲੇਅਰ ਜ਼ਿਆਦਾ ਤੁਹਾਡਾ ਐਗਜ਼ਾਮ ਕਲੀਅਰ ਨਹੀਂ ਹੋ ਸਕਦਾ। ਜਿਹੜਾ ਬੰਦਾ ਕੋਈ ਮਿਹਨਤ ਕਰ ਰਿਹਾ ਆ ਅਤੇ ਪ੍ਰੋਪਰ ਜਿਹੜਾ ਸਟ੍ਰੈਟਜੀ ਸਹੀ ਬਣਾ ਰਿਹਾ ਆ, ਇੱਦਾਂ ਨਹੀਂ ਵੀ ਜੀ ਤੁਸੀਂ ਕੁਛ ਵੀ ਪੜ੍ਹਨ ਲੱਗ ਗਏ, ਕਿਤੋਂ ਵੀ ਕੁਛ ਪੜ੍ਹਨ ਲੱਗ ਗਏ। ਅਗਲਾ ਸਵਾਲ ਹੀ ਮੇਰਾ ਇਸ ਚੀਜ਼ 'ਤੇ ਹੀ ਹੈ, ਜਿਵੇਂ ਕਿ ਕੁਛ ਕੈਂਡੀਡੇਟਸ ਨਵੇਂ ਜਿਵੇਂ ਤਿਆਰੀ ਕਰਨੀ ਸ਼ੁਰੂ ਕਰਦੇ ਆ ਜੀ, ਤਾਂ ਅੱਜ ਜਿਵੇਂ ਤੁਸੀਂ ਉੱਦਮ ਦੱਸਿਆ ਵੀ ਪੁਰਾਣੇ ਟਾਈਮ 'ਤੇ ਜਦੋਂ 2012-13 ਤੋਂ ਜਾਂ 15-16 ਵਿੱਚ ਜਿਹੜਾ ਸੋਸ਼ਲ ਸਾਈਟਸ ਨੇ ਉਹ ਇੰਨੀ ਜ਼ਿਆਦਾ ਐਕਟਿਵ ਨਹੀਂ ਸੀ, ਆ YouTube ਕਹਿ ਲਓ ਜਾਂ ਹੋਰ ਸੋਰਸਿਸ ਕਹਿ ਲਓ, ਵੈਬਸਾਈਟਸ ਕਹਿ ਲਓ, ਇੰਨੀ ਜ਼ਿਆਦਾ ਨਹੀਂ ਸੀ ਹੁੰਦੀਆਂ ਤਿਆਰੀ ਵਾਸਤੇ। ਅਤੇ ਅੱਜ ਦੇ ਟਾਈਮ 'ਤੇ ਬਹੁਤ ਜ਼ਿਆਦਾ, ਤਾਂ ਸਟੂਡੈਂਟਸ ਨੂੰ ਜ਼ਿਆਦਾਤਰ ਇਹੀ ਹੁੰਦਾ ਕਿ ਅਸੀਂ ਜਾਂ ਤਾਂ YouTube ਤੋਂ ਹੀ ਪੜ੍ਹ ਲਈਏ, ਜਾਂ ਫਿਰ ਮੈਂ ਦੇਖਿਆ ਕੁਛ ਕੈਂਡੀਡੇਟਸ ਨੂੰ ਇਹ ਚੀਜ਼ ਹੁੰਦੀ ਹੈ, ਨਵੇਂ ਲੱਗੇ ਆ ਵੀ ਸਾਨੂੰ ਤਾਂ ਨੋਟਸ ਮਿਲ ਜਾਣ। ਉਹ ਟੈਲੀਗ੍ਰਾਮ 'ਤੇ WhatsApp 'ਤੇ ਇੱਕ ਦੂਜੇ ਦੇ ਲੋਕਾਂ ਤੋਂ ਨੋਟਸ ਮੰਗੀ ਜਾਂਦੇ, ਸਾਨੂੰ ਇਸ ਚੀਜ਼ ਦੇ ਨੋਟਸ ਦੇ ਦਿਓ, ਸਾਨੂੰ ਹਿਸਟਰੀ ਦੇ ਨੋਟਸ ਦੇ ਦਿਓ, ਸਾਨੂੰ ਪੋਲਿਟੀ ਦੇ ਦਿਓ, ਵੀ ਨੋਟਸ ਇਕੱਠੇ ਕਰਨ ਲੱਗੇ ਹੁੰਦੇ ਆ। ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਕਿਤੇ ਫ੍ਰੀ 'ਚ ਮਿਲ ਜਾਏ ਸਾਰਾ ਕੁਝ, ਸਾਨੂੰ ਕਿਤੇ ਕੋਚਿੰਗ ਨਾ ਲੱਗਣੀ ਪਵੇ, ਜਾਂ ਫਿਰ YouTube ਤੋਂ ਵੀ ਫ੍ਰੀ 'ਚ ਹੀ ਪੜ੍ਹ ਲਈਏ ਅਸੀਂ। ਤਾਂ ਮੇਰਾ ਸਵਾਲ ਇਹ ਹੈ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀ ਚੀਜ਼ ਹੈ ਵੀ ਨੋਟਸਾਂ ਨੂੰ ਇਕੱਠੇ ਕਰਨਾ ਇੱਧਰੋਂ ਉੱਧਰੋਂ, ਇਹ ਕਿੰਨਾ ਕੁ ਠੀਕ ਹੈ? ਅਤੇ YouTube ਤੋਂ ਇਕੱਲੀ ਸਿਰਫ YouTube ਤੋਂ ਤਿਆਰੀ ਕਰਨੀ ਕਿੰਨੀ ਕੁ ਜਾਇਜ਼ ਹੈ ਵੀ ਬੰਦਾ ਇਹਦੇ ਨਾਲ ਐਗਜ਼ਾਮ ਕਲੀਅਰ ਕਰ ਸਕਦਾ ਜਾਂ ਨਹੀਂ? ਹਾਂਜੀ ਸਰ, ਜਿਵੇਂ ਤੁਸੀਂ ਦੱਸਿਆ ਵੀ ਅੱਜ ਤੋਂ 2016 ਤੋਂ ਪਹਿਲਾਂ ਬੇਸਿਕਲੀ ਇੰਟਰਨੈੱਟ ਦਾ ਟਾਈਮ ਹੀ 2011-12 ਤੋਂ ਸ਼ੁਰੂ ਹੋਇਆ, ਉਦੋਂ ਪਹਿਲਾਂ ਹੈ ਨਹੀਂ ਸੀਗਾ। ਅਤੇ 2016 ਤੋਂ ਕਾਫੀ ਅਪਰੋਚ 'ਚ ਆ ਗਿਆ ਬੱਚਿਆਂ ਦੇ। ਇਹਦੇ ਵਿੱਚ ਇੱਕ ਚੀਜ਼ ਹੈਗੀ ਕਿ ਮਤਲਬ ਕਿ ਅੱਜ ਤੋਂ ਸਿਲੇਬਸ ਸੇਮ ਹੈਗਾ, ਉਦੋਂ ਤੋਂ ਹੁਣ ਤੱਕ ਸਿਲੇਬਸ ਲਗਭਗ ਸੇਮ ਹੈ। ਉਹੀ ਮੈਥ ਹੈ, ਉਹੀ ਰੀਜ਼ਨਿੰਗ ਹੈ, ਉਹੀ ਹਿਸਟਰੀ ਹੈ, ਉਹੀ ਬਾਇਓ ਹੈ, ਉਹੀ ਫਿਜ਼ਿਕਸ ਹੈ, ਚੇਂਜ ਨਹੀਂ ਹੋਇਆ ਕਾਫੀ ਕੁਛ। ਬੁੱਕਸ ਵੀ ਸੇਮ ਨੇ, 2-4 ਬੁੱਕਸ ਨੇ, ਮਤਲਬ ਕਿ ਜਿਹੜੀਆਂ ਸਟੈਂਡਰਡ ਬੁੱਕਸ ਨੇ ਉਹੀ ਪੜ੍ਹਨ ਵਾਲੀਆਂ ਨੇਗੀਆਂ। ਇਸ ਕਰਕੇ ਜੇ ਤੁਸੀਂ ਕਹੋ ਵੀ ਨੋਟਸ ਇਕੱਠੇ ਕਰ ਲਓ ਇੱਧਰੋਂ ਉਹਦੇ ਵਿੱਚ ਕੀ ਤੁਹਾਡਾ ਨੁਕਸਾਨ ਹੈਗਾ। ਮਤਲਬ ਕਿ ਤੁਸੀਂ ਕਾਫੀ ਨੋਟਸ ਇਕੱਠੇ ਕਰ ਲਏ, ਪੜ੍ਹਦੇ ਅਕਸਰ ਬੱਚਿਆਂ 'ਚ ਮੇਰੇ ਦੇ ਵਿੱਚ ਵੀ ਇਹ ਮਤਲਬ ਕਿ ਕਮੀ ਰਹੀ ਹੈ। ਮੈਂ ਵਿੱਚ ਡਿਊਰਿੰਗ ਟਾਈਮ ਜੋ ਇੰਨਾ ਟਾਈਮ ਤਿਆਰੀ ਕਰ, ਮੈਂ ਵੀ ਨੋਟਸ ਇਕੱਠੇ ਕਰਨ ਲੱਗ ਜਾਂਦਾ, ਪਰ ਤਿਆਰੀ ਨਹੀਂ ਕਰਦਾ ਸੀ ਪ੍ਰੋਪਰਲੀ। ਇੱਧਰੋਂ ਬੁੱਕਸ ਫੜ ਲਈਆਂ, ਜਿਹੜੀ ਬੇਸਿਕ ਸਟੈਂਡਰਡ ਬੁੱਕਸ ਨੇ ਉਹ ਮੈਂ ਬੜੇ ਟਾਈਮ ਬਾਅਦ ਪੜ੍ਹੀਆਂ, ਜਿਨ੍ਹਾਂ ਤੋਂ ਮੈਨੂੰ ਪ੍ਰੋਪਰ ਗਾਈਡੈਂਸ ਮਿਲੀ। ਮਤਲਬ ਕਿ ਉਹਦੇ ਬਾਅਦ 'ਚ ਮੇਰੇ ਪ੍ਰੋਪਰ ਐਗਜ਼ਾਮ ਕਲੀਅਰ ਹੋਣੇ ਸ਼ੁਰੂ ਹੋਏ। ਅਤੇ ਇੱਕ ਬੁੱਕਸ ਦੇ ਵਿੱਚ ਜਿਹੜਾ ਸਿਨੈਰੀਓ ਬੁੱਕਸ ਕਾਫੀ ਵਾਸਟ ਨਹੀਂ ਹੈਗੀਆਂ, ਅਤੇ ਤੁਹਾਨੂੰ ਇੱਕ ਗਾਈਡੈਂਸ ਜ਼ਰੂਰੀ ਚਾਹੀਦੀ ਹੈ, ਕਿਉਂਕਿ ਅੱਜ ਦੇ ਟਾਈਮ 'ਚ ਕੰਪੀਟੀਸ਼ਨ ਇੰਨਾ ਜ਼ਿਆਦਾ ਹੈ। ਤੁਹਾਨੂੰ ਇਹ ਤਾਂ ਪਤਾ ਵੀ ਪੜ੍ਹਨਾ ਕਿਹੜਾ ਜ਼ਰੂਰੀ ਹੈ, ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਛੱਡਣਾ ਕਿਹੜੀ ਚੀਜ਼ ਜ਼ਰੂਰੀ ਹੈ, ਕਿਉਂਕਿ ਸਮਾਰਟ ਵਰਕ ਬਹੁਤ ਜ਼ਿਆਦਾ ਹੈਗਾ। ਅਤੇ ਰਹੀ ਗੱਲ YouTube ਸੋਸ਼ਲ ਮੀਡੀਆ ਪਲੇਟਫਾਰਮਸ ਦੀ, YouTube 'ਤੇ ਕੋਈ ਵੀਡੀਓ ਅਪਲੋਡ ਕਰ ਸਕਦਾ ਹੈਗਾ, ਵਧੀਆ ਟੀਚਰ ਵੀ ਕਰਦੇ ਨੇ ਬਹੁਤ ਜ਼ਿਆਦਾ, ਪਰ ਹਿਊਮਨ ਦੇ ਵਿੱਚ ਇੱਕ ਨੇਚਰ ਕੀ ਹੈ, ਹਿਊਮਨ ਤੋਂ ਹਮੇਸ਼ਾ ਗਲਤੀ ਹੁੰਦੀ ਹੈਗੀ। ਬਾਈ ਚਾਂਸ ਤੁਸੀਂ ਲਾ ਲਓ ਟੀਚਰ ਨੇ ਬਹੁਤ ਵਧੀਆ ਇੱਕ ਲੈਕਚਰ ਦਿੱਤਾ, ਤਾਂ ਉਹਦੇ ਵਿੱਚ ਉਹ ਇੱਕ ਪੁਆਇੰਟ ਸਕਿਪ ਕਰ ਗਿਆ, ਉਹੀ ਪੇਪਰ ਦੇ ਵਿੱਚ ਆ ਗਿਆ। ਉਹਦੇ ਵਿੱਚ ਟੀਚਰ ਦੀ ਵੀ ਨਹੀਂ ਗਲਤੀ, ਕਿਸੇ ਹੱਦ ਤੱਕ ਤੁਹਾਡੀ ਵੀ ਨਹੀਂ ਗਲਤੀ, ਪਰ ਤੁਸੀਂ ਲੋਸ 'ਚ ਹੋਗੇ। ਇਸ ਕਰਕੇ ਜਿਹੜੇ ਮਤਲਬ ਕਿ ਬੁੱਕਸ ਤੋਂ ਡਾਟਾ ਹੁੰਦਾ ਹੈਗਾ, ਕੰਪਾਈਲਡ ਬੁੱਕਸ ਹੁੰਦੀਆਂ ਨੇ, ਉਹਦੇ ਵਿੱਚ ਹਰ ਵਾਰ
ਮਤਲਬ ਕਿ ਅਪਡੇਸ਼ਨ ਆਉਂਦੀ ਰਹਿੰਦੀ ਹੈਗੀ। ਇਸ ਕਰਕੇ ਬੁੱਕਸ ਤੋਂ ਪੜ੍ਹਨਾ ਅਤੇ ਪ੍ਰੋਪਰ ਗਾਈਡੈਂਸ ਲੈਣਾ ਤਾਂ ਬਹੁਤ ਜ਼ਰੂਰੀ ਹੈ। ਰਹੀ ਗੱਲ ਸੋਸ਼ਲ ਮੀਡੀਆ ਅਤੇ ਸੋਸ਼ਲ ਪਲੇਟਫਾਰਮਸ ਦੀ, ਇੱਥੇ ਵੀ ਕੁਛ ਹੱਦ ਤੱਕ ਪੜ੍ਹਿਆ ਜਾ ਸਕਦਾ, ਪਰ ਪਹਿਲਾਂ ਬੇਸਿਕ ਤੁਹਾਨੂੰ ਨੌਲੇਜ ਹੋਣੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਮਤਲਬ ਕਿ ਬੁੱਕਸ ਤੋਂ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਯੂਟਿਊਬ ਵਗੈਰਾ 'ਤੇ 1 ਦਿਨ 'ਚ 2 ਦਿਨ 'ਚ ਸਾਰੀ ਪੋਲਿਟੀ ਖਤਮ ਕਰਾ ਦਿੰਦੇ ਨੇ, ਜਦ ਕਿ ਤੁਸੀਂ ਬੁੱਕਸ ਪੜ੍ਹਨ ਲੱਗ ਜਾਓ ਤੁਹਾਨੂੰ ਪਤਾ ਲੱਗੇ ਵੀ ਕਿੰਨਾ ਟਾਈਮ ਚਾਹੀਦਾ ਪ੍ਰੋਪਰ। ਇਸ ਕਰਕੇ ਮੈਂ ਸੁਜੈਸਟ ਕਰੂੰਗਾ ਤੁਹਾਨੂੰ ਪਹਿਲਾਂ ਬੇਸਿਕ ਬੁੱਕਸ ਪੜ੍ਹੋ, ਫਿਰ ਪ੍ਰੋਪਰ ਗਾਈਡੈਂਸ ਲਓ, ਅਤੇ ਫਿਰ ਜੇ ਐਟ ਦਾ ਐਂਡ ਪੋਲਿਸ਼ ਨੂੰ ਜਾਂ ਮਤਲਬ ਕਿ ਐਂਡ 'ਤੇ ਸਮਾਰਟ ਵਰਕ ਲਈ ਥੋੜ੍ਹਾ ਮੋਟਾ ਟਾਈਮ ਬਚਾਉਣ ਲਈ ਫਿਰ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਯੂਜ਼ ਕਰ ਸਕਦੇ ਹੋ। ਹਾਂਜੀ, ਮੈਂ ਕੋਚਿੰਗ ਇੰਸਟੀਚਿਊਟ ਤੋਂ ਬਾਅਦ ਮੈਂ ਜ਼ਿਆਦਾਤਰ ਮੈਂ ਬੁੱਕਸ ਤੋਂ ਹੀ ਪੜ੍ਹਿਆ, ਅਤੇ ਮੈਂ ਸੋਰਸਿਸ ਬਹੁਤ ਘੱਟ ਰੱਖੇ ਆ। ਮਤਲਬ ਗਿਣਵੀਆਂ ਹੀ ਬੁੱਕਸ ਹੁੰਦੀਆਂ ਸੀ ਮੇਰੇ ਕੋਲ, ਜਿਵੇਂ ਕੁਆਂਟ ਦੀ 1 ਬੁੱਕ, ਰੀਜ਼ਨਿੰਗ ਦੀ ਵੀ 1, ਅਤੇ ਕਰੰਟ ਅਫੇਅਰਸ ਮੈਂ ਔਨਲਾਈਨ ਪੜ੍ਹੇ ਆਗੇ ਮਤਲਬ ਵਿਜ਼ਨ ਤੋਂ। ਅਤੇ ਜਿਹੜਾ ਕੋਈ ਟੋਪਿਕ ਮੈਨੂੰ ਐਂ ਲੱਗਦਾ ਸੀਗਾ ਵੀ ਮੇਰੇ ਸਮਝ 'ਚ ਨਹੀਂ ਆਇਆ, ਮੈਂ ਬਸ ਸਿਰਫ ਉਹਦੀ ਵੀਡੀਓ ਦੇਖਦਾ ਸੀ ਯੂਟਿਊਬ 'ਤੇ, ਅਤੇ ਬਸ ਪ੍ਰੀਸਾਈਜ਼ ਹੀ ਰੱਖਿਆ ਕੰਮ, ਬਰੀਫ। ਅਤੇ ਜਿੰਨੇ ਆਪਣੇ ਕੋਲ ਜ਼ਿਆਦਾ ਸੋਰਸਿਸ ਹੋਣਗੇ ਉਹਨਾਂ ਲਈ ਆਪਾਂ ਨੂੰ ਟਾਈਮ ਘੱਟ ਮਿਲੂਗਾ ਇਕੱਲੇ ਨੂੰ ਪੜ੍ਹਨ ਲਈ ਜਾਂ ਇਕੱਲੀ ਵੀਡੀਓ ਦੇਖਣ ਲਈ। ਬਟ ਜਿੰਨੇ ਘੱਟ ਹੋਣਗੇ ਤਾਂ ਆਪਾਂ ਉਹਨਾਂ ਨੂੰ ਟਾਈਮ ਜ਼ਿਆਦਾ ਦੇਵਾਂਗੇ ਅਤੇ ਅੱਗੇ ਆਪਣਾ ਵਧੀਆ ਪਰਫੋਰਮੈਂਸ ਹੋਊਗੀ ਪੇਪਰ 'ਚ। ਤਾਂ ਤੁਸੀਂ ਸੁਣ ਲਿਆ ਹੋਣਾ ਜੀ, ਜਿਵੇਂ ਮੈਂ ਵੀ ਤੁਹਾਨੂੰ YouTube 'ਤੇ ਦੱਸਦਾ ਰਹਿੰਦਾ, ਸਟਾਰਟਿੰਗ ਵਿੱਚ ਦੱਸਿਆ ਸੀਗਾ ਮੈਂ ਕਿ ਸਭ ਤੋਂ ਵਧੀਆ ਸੋਰਸ ਤਾਂ ਤਿਆਰੀ ਕਰਨ ਦੀ ਬੁੱਕਸ ਹੀ ਹੁੰਦੇ ਆ। ਅਤੇ ਪਰ ਇਹ ਹੈ ਵੀ ਬੁੱਕਸ 'ਚੋਂ ਪੜ੍ਹਨ ਨਾਲ ਅਤੇ ਯਾਦ ਕਰਨ ਨਾਲ, ਕਿਉਂਕਿ ਇਕੱਲਾ ਪੜ੍ਹਨ ਨਾਲ ਨਹੀਂ ਸਰਦਾ, ਯਾਦ ਵੀ ਕਰਨਾ ਪੈਂਦਾ, ਰਿਵੀਜ਼ਨਾਂ ਕਰਨੀਆਂ ਪੈਂਦੀਆਂ, ਅਤੇ ਉਹਦੇ ਵਿੱਚ ਥੋੜ੍ਹਾ ਟਾਈਮ ਜ਼ਰੂਰ ਲੱਗ ਜਾਂਦਾ ਆ ਬੰਦੇ ਨੂੰ, ਕਈ ਵਾਰੀ 7-8 ਮਹੀਨੇ ਜਾਂ ਬੁੱਕਸ ਤੋਂ ਪੜ੍ਹਦਾ ਤਾਂ ਸਾਲ ਵੀ ਲੱਗ ਸਕਦਾ। ਅੱਛਾ, ਉੱਦਮ ਅਗਲਾ ਸਵਾਲ ਇਹ ਹੈ ਵੀ ਜੇ ਮੰਨ ਲਓ ਕੋਈ ਸਟੂਡੈਂਟ ਉਹਦੇ ਕੋਲ ਇੰਨਾ ਟਾਈਮ ਨਹੀਂ ਹੈ ਭਰਪੂਰ ਵੀ 7-8 ਮਹੀਨੇ ਜਾਂ 1 ਸਾਲ ਨਹੀਂ ਹੈ, ਕਿਉਂਕਿ ਜ਼ਿਆਦਾਤਰ ਕੈਂਡੀਡੇਟਸ ਆ ਜਿਹੜੇ ਉਹ ਤਿਆਰੀ ਕਰਨ ਉਦੋਂ ਹੀ ਸ਼ੁਰੂ ਕਰਦੇ ਆ ਜਦੋਂ ਰਿਕਰੂਟਮੈਂਟ ਆਊਟ ਹੋ ਜਾਂਦੀ ਹੈ। ਇੱਕ ਤਾਂ ਇਹ ਚੀਜ਼ ਹੈ ਵੀ ਜਦੋਂ ਰਿਕਰੂਟਮੈਂਟ ਆਊਟ ਹੋ ਗਈ ਉਦੋਂ ਤਿਆਰੀ ਸ਼ੁਰੂ ਕਰਦੇ ਜਿਹੜੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਅਤੇ ਇੱਕ ਜੇ ਮੰਨ ਲਓ ਰਿਕਰੂਟਮੈਂਟ ਤੋਂ ਪਹਿਲਾਂ ਹੀ ਕਿਸੇ ਨੇ ਤਿਆਰੀ ਸ਼ੁਰੂ ਕੀਤੀ ਹੈ ਪਰ ਉਹਦੇ ਕੋਲ 5-6 ਮੰਥ ਆ, ਤਾਂ ਉਹਨੂੰ ਵੀ ਫਿਰ ਵੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਜਾਂ ਫਿਰ ਕੋਈ ਹੋਰ ਤਰੀਕਾ ਫੋਲੋ ਕਰਨਾ ਚਾਹੀਦਾ? ਤੁਹਾਡਾ ਕੀ ਸੁਝਾਅ ਹੈ? ਵੈਸੇ ਤਾਂ ਜਿਵੇਂ ਤੁਸੀਂ ਗੌਰਮੈਂਟ ਸੈਕਟਰ ਵੱਲ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਤਿਆਰੀ ਜਦੋਂ ਤੋਂ ਤੁਸੀਂ ਡਿਸਾਈਡ ਕਰ ਲਿਆ ਉਦੋਂ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਪੇਪਰ ਜਦੋਂ ਵੀ ਆਉਂਦਾ ਹੈਗਾ ਉਸ ਹਿਸਾਬ ਨਾਲ, ਪਰ ਤਿਆਰੀ ਪਹਿਲਾਂ ਸ਼ੁਰੂ ਕਰ ਦਿਓ। ਅਤੇ ਦੂਸਰੀ ਗੱਲ ਕੀ ਹੈ, ਸਰ ਨੇ ਪੁੱਛਿਆ ਸੀ ਵੀ ਬੁੱਕਸ ਤੋਂ ਜਾਂ ਕਿੱਥੋਂ ਪੜ੍ਹਨਾ ਚਾਹੀਦਾ। ਬੇਸਿਕਲੀ ਪਹਿਲਾਂ ਤੁਹਾਡੇ ਫੰਡਾਮੈਂਟਲਸ ਕਲੀਅਰ ਹੋਣੇ ਚਾਹੀਦੇ ਨੇ। ਜੇ ਤੁਹਾਡੇ ਬੇਸਿਕਸ ਸਟਰੋਂਗ ਨੇ ਤਾਂ ਤੁਸੀਂ ਪੇਪਰ ਕੁਐਸਚਨ ਦੇ ਵਿੱਚ ਕੋਈ ਵੀ ਮਤਲਬ ਕਿ ਪੇਪਰ 'ਚ ਕੁਐਸਚਨ ਆਉਂਦਾ ਉਹਨੂੰ ਈਜ਼ੀਲੀ ਸੋਲਵ ਕਰ ਸਕਦੇ ਹੋ, ਜੇ ਤੁਹਾਨੂੰ ਨਾ ਆਈਡੀਆ ਹੋ ਜਾਂਦਾ ਵੀ ਇਹ ਕਿੱਦਾਂ ਸੋਲਵ ਹੋਊਗਾ। ਅਤੇ ਤਿਆਰੀ ਤੁਹਾਨੂੰ ਕੰਟੀਨਿਊਟੀ 'ਚ ਰੱਖਣੀ ਚਾਹੀਦੀ ਹੈਗੀ। ਪੇਪਰ ਦੇ ਨੇੜੇ ਆ ਕੇ ਤੁਸੀਂ ਤਿਆਰੀ ਕਰੋਗੇ, ਸੋਚੋਗੇ ਵੀ ਹੋ ਜੂ, ਉਹ ਨਹੀਂ, ਉਹ ਰੇਅਰੈਸਟ ਕੇਸ ਹੁੰਦਾ ਵੀ ਤੁਹਾਡਾ ਤੁੱਕਾ ਲੱਗ ਜੇ, ਹੋਰ ਲੱਗ ਜੇ। ਇਸ ਟਾਈਮ ਕੰਪੀਟੀਸ਼ਨ ਇੰਨਾ ਕੁ ਜ਼ਿਆਦਾ ਹੈ, 1-1 ਨੰਬਰ ਦੀ ਗੇਮ ਹੁੰਦੀ ਹੈ, ਅੱਧੇ ਨੰਬਰ 'ਚ 50-50 100-100 ਜਵਾਕ ਫਿੱਟ ਹੋ ਜਾਂਦਾ। ਇਸ ਕਰਕੇ ਤਿਆਰੀ ਤੁਹਾਨੂੰ ਪਹਿਲਾਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਬਾਈ ਚਾਂਸ ਮਤਲਬ ਕਿ ਕਈ ਵਾਰ ਹੋ ਜਾਂਦਾ ਪੇਪਰ ਆ ਗਿਆ, ਹੋਰ ਆ ਗਿਆ, ਤੁਸੀਂ ਵਧੀਆ ਬੁੱਕਸ ਲਵੋ ਅਤੇ ਗਾਈਡੈਂਸ ਜ਼ਰੂਰ ਲਵੋ, ਪ੍ਰੋਪਰ ਵਧੀਆ ਇੰਸਟੀਚਿਊਟ ਤੋਂ ਗਾਈਡੈਂਸ ਲਵੋ, ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਹੈਗਾ ਇੰਸਟੀਚਿਊਟਸ ਵਗੈਰਾ ਦਾ, ਟੀਚਰਸ ਵਗੈਰਾ ਦਾ, ਜਾਂ ਜੋ ਤੁਹਾਨੂੰ ਜਿਵੇਂ ਸਰ ਨੇ ਗਾਈਡੈਂਸ ਦਿੰਦੇ ਨੇਗੇ, ਇਹ ਗੋ ਥਰੂ ਹੋਏ ਹੋਏ ਨੇ ਸਭ ਪ੍ਰੋਸੈਸ ਦੇ, ਤਾਂ ਇਹਨਾਂ ਨੂੰ ਸਭ ਕਲੀਅਰ ਹੈ, ਕਾਫੀ ਬੰਦਿਆਂ ਨੂੰ ਕਲੀਅਰ ਹੈ। ਇਸ ਕਰਕੇ ਤੁਸੀਂ ਜਿਹੜੀ ਚੀਜ਼ਾਂ 'ਤੇ ਵਾਧੂ ਟਾਈਮ ਵੇਸਟ ਕਰੋਗੇ ਜਾਂ ਹੋਰ ਕਰੋਗੇ ਉਹ ਤੁਸੀਂ ਆਪਦਾ ਟਾਈਮ ਬਚਾ ਸਕਦੇ ਹੋ। ਹਾਂ, ਪਰ ਬੇਸਿਕ ਬੁੱਕਸ ਪੜ੍ਹਨੀਆਂ ਬਹੁਤ ਜ਼ਰੂਰੀ ਨੇ। ਜੇ ਤੁਹਾਡਾ ਪੇਪਰ ਕਲੀਅਰ ਵੀ ਹੋ ਜਾਂਦਾ ਹੈਗਾ ਤਾਂ ਐਟਲੀਸਟ ਇੱਕ ਵਾਰ ਬੇਸਿਕ ਬੁੱਕਸ ਜ਼ਰੂਰ ਪੜ੍ਹੋ, ਤੁਹਾਨੂੰ ਪਤਾ ਲੱਗੇ। ਈਵਨ ਕਿ ਪਹਿਲਾਂ ਜ਼ਰੂਰ ਪੜ੍ਹ ਕੇ ਰੱਖੋਗੇ ਤੁਹਾਨੂੰ ਈਜ਼ੀਲੀ ਚੀਜ਼ਾਂ ਸਮਝ ਆ ਜਾਣਗੀਆਂ। ਅਤੇ ਇਹਦੇ ਵਿੱਚ ਇੱਕ ਹੋਰ ਪਹਿਲਾਂ ਵੀ ਡਾਊਟ ਸੀਗਾ ਜਿਹੜਾ ਸਰ ਨੇ ਪੁੱਛਿਆ ਸੀਗਾ, ਮਤਲਬ ਕਿ ਪੁਰਾਣੇ ਬੱਚੇ ਕਹਿੰਦੇ ਨੇ ਪੇਪਰ ਕਲੀਅਰ ਨਹੀਂ ਹੁੰਦਾ, ਵੀ ਪੁਰਾਣੀ ਕਲੀਅਰ ਕਰੀ ਜਾ ਰਹੇ ਨੇ, ਨਵੇਂ ਤੋਂ ਹੁੰਦਾ ਨਹੀਂ। ਬੇਸਿਕਲੀ ਤੁਹਾਡੇ ਪੇਪਰ ਤੋਂ ਪਹਿਲਾਂ ਦੇ ਹੀ 3-4 ਮਹੀਨੇ ਮੈਟਰ ਜ਼ਿਆਦਾ ਕਰਦੇ ਨੇ ਵੀ ਤੁਸੀਂ ਕਿਸ ਹਿਸਾਬ ਨਾਲ, ਕਿਉਂਕਿ ਸਿਲੇਬਸ ਸਭ ਨੇ ਕੀਤਾ ਹੁੰਦਾ, ਈਵਨ ਕਿ ਮੈਨੇ ਸਭ ਨੇ ਸਿਲੇਬਸ ਕਰ ਰੱਖਿਆ, ਪਰ ਮੇਨ ਹੁੰਦਾ ਰਿਵੀਜ਼ਨ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਜਿਸ ਵੀ ਪੇਪਰ ਦੇ ਅੱਗੇ ਅਸੀਂ ਰਿਵੀਜ਼ਨ ਨਹੀਂ ਕੀਤੀ ਉਸ 'ਚ ਅਸੀਂ ਬੜੇ ਬੁਰੀ ਤਰ੍ਹਾਂ ਫੇਲ ਹੋਇਆਂਗੇ। ਜਿਹੜੇ ਪੇਪਰ ਤੋਂ ਪਹਿਲਾਂ ਅਸੀਂ ਨੇ ਰਿਵੀਜ਼ਨ ਕੀਤੀ ਹੈ, ਚੰਗੀ ਤਰ੍ਹਾਂ ਪੜ੍ਹਿਆ ਬਾਰ-ਬਾਰ, ਉਹ ਪੇਪਰ 'ਚ ਅਸੀਂ ਬਹੁਤ ਵਧੀਆ ਪਰਫੋਰਮ ਕੀਤਾ ਹੈਗਾ। ਇਸ ਕਰਕੇ ਤੁਹਾਨੂੰ ਜੇ ਤੁਹਾਡੇ ਕੋਲ ਟਾਈਮ ਘੱਟ ਹੈ ਤਾਂ ਇੰਸਟੀਚਿਊਟ ਤੋਂ ਗਾਈਡੈਂਸ ਲਓ, ਪ੍ਰੋਪਰ ਬੁੱਕਸ ਪੜ੍ਹੋ, ਅਤੇ ਜੇ ਤੁਹਾਡੇ ਕੋਲ ਕਾਫੀ ਟਾਈਮ ਹੈ ਤਾਂ ਐਂਪਲ ਆਫ ਟਾਈਮ ਹੈ ਤਾਂ ਬੇਸਿਕ ਬੁੱਕਸ ਜ਼ਰੂਰ ਪੜ੍ਹੋ। ਹਾਂਜੀ, ਮੇਰੇ ਹਿਸਾਬ ਨਾਲ ਵੀ ਗਾਈਡੈਂਸ ਬਹੁਤ ਜ਼ਰੂਰੀ ਹੈ। ਪਹਿਲਾਂ ਤੁਹਾਨੂੰ 2-3 ਮੰਥ ਲਾਉਣੇ ਚਾਹੀਦੇ ਆ ਇੰਸਟੀਚਿਊਟ 'ਚ, ਅਤੇ ਫਿਰ ਤੁਹਾਡੇ ਬੇਸਿਕਸ ਕਲੀਅਰ ਹੋ ਜਾਣਗੇ ਤਾਂ ਹੀ ਤੁਸੀਂ ਬੁੱਕਸ ਤੋਂ ਪੜ੍ਹ ਸਕਦੇ ਹੋ। ਅਤੇ ਫਿਰ ਹੀ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਕਿਵੇਂ ਪੜ੍ਹਨਾ ਅਤੇ ਕੀ ਪੜ੍ਹਨਾ, ਕੀ ਛੱਡਣਾ।
ਤੇ ਉਸ ਤੋਂ ਬਾਅਦ ਫਿਰ ਜਦੋਂ ਤੁਹਾਡਾ ਫਲੋ ਬਣ ਜਾਊਗਾ ਫਿਰ ਤੁਸੀਂ ਬੁੱਕਸ ਤੋਂ ਪੜ੍ਹ ਸਕਦੇ ਹੋ ਅਤੇ ਇਨ ਟੱਚ ਰਹਿਣਾ। ਮਤਲਬ ਜੇ 4-5 ਮਹੀਨੇ ਤੁਸੀਂ ਨਾ ਪੜ੍ਹੇ ਅਤੇ ਪੇਪਰ ਆ ਗਿਆ ਫਿਰ ਤੁਸੀਂ ਫਿਰ ਕਿਤਾਬਾਂ ਚੱਕ ਲਈਆਂ, ਉਹਦੇ ਨਾਲ ਨਹੀਂ ਕੁਛ ਹੋਣਾ। ਇਨ ਟੱਚ ਰਹਿਣਾ ਪਊਗਾ। ਦਿਨ 'ਚ 4 ਘੰਟੇ 2 ਘੰਟੇ 3 ਘੰਟੇ ਜਿੰਨੇ ਤੁਸੀਂ ਕੱਢ ਸਕਦੇ ਹੋ ਕੱਢੋ, ਚਾਹੇ ਪੇਪਰ ਹੋਵੇ ਨੇੜੇ ਚਾਹੇ ਨਾ ਹੋਵੇ। ਜਿਵੇਂ ਕਿ ਦੋਨੋਂ ਕੈਂਡੀਡੇਟਸ ਨੇ ਦੱਸਿਆ ਆਪਣੇ ਮਿੱਤਰਾਂ ਨੇ ਵੀ ਜਿਹੜੀ ਕੰਟੀਨਿਊਟੀ ਹੈ ਉਹ ਵੀ ਬਹੁਤ ਜ਼ਰੂਰੀ ਹੈ ਅਤੇ ਇਹ ਬਹੁਤ ਮੈਟਰ ਕਰਦਾ ਵੀ ਤੁਸੀਂ ਪੇਪਰ ਤੋਂ 3-4 ਮਹੀਨੇ ਪਹਿਲਾਂ ਕਿੰਨਾ ਕੁ ਜ਼ੋਰ ਲਾ ਰਹੇ ਹੋ। ਅਤੇ ਇੱਕ ਚੀਜ਼ ਹੋਰ ਤੁਹਾਨੂੰ ਮੈਂ ਪੁੱਛਣੀ ਚਾਹੁੰਦਾ, ਜਿਵੇਂ ਤੁਸੀਂ ਕਿਹਾ ਵੀ ਪੇਪਰ ਤੋਂ 3-4 ਮਹੀਨੇ ਪਹਿਲਾਂ ਵਧੀਆ ਜ਼ੋਰ ਲਾਉਣਾ ਚਾਹੀਦਾ, ਤਾਂ ਤੁਹਾਡਾ ਟਾਈਮ ਟੇਬਲ ਕੀ ਰਹਿੰਦਾ ਸੀਗਾ ਵੀ ਜਦੋਂ ਪੇਪਰ ਮੰਨ ਲਓ ਕੋਈ ਨੇੜੇ ਆ ਗਿਆ ਤੁਸੀਂ ਉਦੋਂ ਕੀ ਚੀਜ਼ ਫੋਲੋ ਕਰਦੇ ਸੀ, ਕਿੰਨਾ ਕੁ ਪੜ੍ਹਦੇ ਸੀ ਦਿਨ ਦੇ ਵਿੱਚ ਜਦੋਂ ਮਤਲਬ ਮੰਨ ਲਓ 1 ਮਹੀਨਾ ਜਾਂ 2 ਮਹੀਨੇ ਜਾਂ 3 ਮਹੀਨੇ ਰਹਿ ਗਏ ਐਗਜ਼ਾਮ ਵਿੱਚ? ਵੈਸੇ ਤਾਂ ਮੈਂ ਹਮੇਸ਼ਾ ਕੰਟੀਨਿਊਟੀ 'ਚ ਟਰਾਈ ਕੀਤਾ ਵੀ ਕੰਟੀਨਿਊਸੀ ਰੱਖਾਂ ਆਪਦੀ ਪੜ੍ਹਾਈ ਦੇ ਵਿੱਚ। ਬਾਈ ਚਾਂਸ ਜਿਵੇਂ ਹੁਣ ਮੈਂ ਕਈ ਵਾਰ ਜੋਬ ਮਿਲ ਗਈ ਜਾਂ ਕੁਛ ਹੋਇਆ ਤਾਂ ਉਸ ਟਾਈਮ ਥੋੜ੍ਹਾ ਜਿਹਾ ਗੈਪ ਜ਼ਰੂਰ ਪੈ ਜਾਂਦਾ, ਪਰ ਇੱਦਾਂ ਵੀ ਥੋੜ੍ਹਾ ਸਮਾਰਟ ਵਰਕ ਕਰਨਾ ਪੈਂਦਾ ਹੈ। ਮਤਲਬ ਕਿ ਜਿਵੇਂ ਪੁਰਾਣਾ ਜਿਵੇਂ ਸਾਇੰਸ ਹੈ, ਮੈਥ ਹੈ, ਇਹ 'ਚ ਜ਼ਿਆਦਾ ਚੇਂਜ ਨਹੀਂ ਆਉਂਦਾ, ਹਿਸਟਰੀ ਸੇਮ ਹੈਗੀ। ਜਿਹੜਾ ਪੋਰਸ਼ਨ ਬੇਸਿਕਲੀ ਚੇਂਜ ਹੁੰਦਾ ਜ਼ਿਆਦਾ ਉਹ ਹੁੰਦਾ ਕਰੰਟ ਅਫੇਅਰ ਜਾਂ ਕੋਈ ਨਵਾਂ ਸਬਜੈਕਟ ਐਡ ਹੋ ਜਾਂਦਾ, ਜਿਵੇਂ ਕੰਪਿਊਟਰ ਐਡ ਹੋ ਗਿਆ ਸੀ ਰੀਸੈਂਟਲੀ, ਜਾਂ ਕੋਈ ਕੁਆਲੀਫਿਕੇਸ਼ਨ ਬੇਸਡ ਹੁੰਦਾ ਜਿਵੇਂ ਉਰਦੂ ਪੜ੍ਹਨੀ ਪੈ ਜਾਂਦੀ ਕਿਸੇ ਪੇਪਰ, ਕੁਛ ਵੀ XYZ ਹੁੰਦਾ ਹੈਗਾ। ਬੇਸਿਕਲੀ ਜਦੋਂ ਤੁਸੀਂ ਕੰਟੀਨਿਊਟੀ 'ਚ ਰੱਖਦੇ ਹੋ, ਜਿਹੜਾ ਸਟੈਟਿਕ ਹੁੰਦਾ ਤੁਸੀਂ ਆਪਦਾ ਪ੍ਰਪੇਅਰ ਕਰਕੇ ਰੱਖਦੇ ਹੋ ਵੀ ਚਾਹੇ ਕੱਲ੍ਹ ਨੂੰ ਪੇਪਰ ਆ ਜੇ, ਮੇਨਲੀ ਹੁੰਦਾ ਕਰੰਟ ਅਫੇਅਰ ਅਤੇ ਜਾਂ ਕੋਈ ਨਵਾਂ ਸਿਲੇਬਸ ਐਡ ਹੋਏਗਾ ਜਿਵੇਂ ਸਟੈਟ ਐਡ ਹੋ ਗਿਆ, ਕੁਛ ਵੀ ਹੋ ਗਿਆ, ਉਹ ਟਾਈਮ ਲਈ ਫਿਰ ਤੁਹਾਨੂੰ ਟਾਈਮ ਕੱਢਣਾ ਪੈਂਦਾ ਹੈਗਾ। ਤੁਹਾਨੂੰ ਇੱਕ ਪ੍ਰੋਪਰ ਸ਼ਡਿਊਲ ਬਣਾਉਣਾ ਪੈਂਦਾ ਹੈਗਾ। ਮਤਲਬ ਕਿ ਜਦੋਂ ਮੈਂ ਜੋਬ ਟਾਈਮ ਸੀਗਾ ਫਿਰ ਮੈਂ ਰਾਤ ਨੂੰ ਪੜ੍ਹਦਾ, ਰਾਤ ਨੂੰ ਜਿਵੇਂ ਸ਼ਾਮ ਨੂੰ ਜਾਂਦਾ 8 ਵਜੇ, ਮਤਲਬ ਕਿ ਸ਼ਾਮ ਨੂੰ 5-6 ਵਜੇ ਫ੍ਰੀ ਹੋਏ ਸੌ ਜਾਂਦਾ, ਸ਼ਾਮ ਨੂੰ 8 ਵਜੇ ਪੜ੍ਹਨ ਲੱਗਦਾ, ਰਾਤ ਦੇ 1-2 ਵਜੇ ਤੱਕ ਵਧੀਆ ਪੜ੍ਹਦਾ। ਉਹਦੇ ਵਿੱਚ ਕੀ ਹੈਗਾ, ਇੱਕ ਵਾਰ ਤਾਂ ਪਹਿਲਾਂ ਜਿਹੜਾ ਨਵਾਂ ਸਿਲੇਬਸ ਐਡ ਹੋਇਆ ਉਹ ਚੰਗੀ ਤਰ੍ਹਾਂ ਖ਼ਤਮ ਕਰ ਦਿਓ ਅਤੇ ਫਿਰ ਸਟੈਟਿਕ ਚੱਕੋ। ਬਾਕੀ ਪੇਪਰ ਅੱਜ ਦੇ ਟਾਈਮ ਹਰੇਕ ਪੇਪਰ ਇੱਦਾਂ ਦਾ ਹੈ, ਉਹਨੂੰ ਜੇ ਤੁਸੀਂ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਪੇਪਰ ਅਕੋਰਡਿੰਗ ਹੀ ਪੜ੍ਹਨਾ ਪੈਂਦਾ ਹੈਗਾ। ਤਾਂ ਤੁਸੀਂ ਸਮਾਰਟ ਵਰਕ ਕਰੋ, ਵੇਟੇਜ ਦੇਖੋ ਕਿਹੜੇ ਸਬਜੈਕਟ ਦੀ ਕਿੰਨੀ ਕੁ ਵੇਟੇਜ ਹੈ। ਜੇ ਤੁਹਾਡਾ ਵੀਕ ਹੈ ਤਾਂ ਉਸ 'ਤੇ ਜ਼ੋਰ ਲਾਓ, ਜੇ ਤੁਹਾਡਾ ਆਲਰੇਡੀ ਹੋ ਸਕਦਾ ਹੈਗਾ ਤਾਂ ਤੁਸੀਂ ਉਹਨੂੰ ਛੱਡ ਸਕਦੇ ਹੋ। ਜਿਵੇਂ ਮੈਥ ਰੀਜ਼ਨਿੰਗ ਹੈ ਉਹਦੀ ਹਲਕੀ ਜਿਹੀ ਪ੍ਰੈਕਟਿਸ ਕਰੋ, ਹੋ ਜਾਂਦਾ ਹੈਗਾ। ਪੰਜਾਬੀ ਹੈ, ਜਿਵੇਂ ਜਿਹੜੇ ਰੱਟੇ ਵਾਲੇ ਨੇ, ਰਿਵਾਈਜ਼ ਕਰਨ ਵਾਲੇ ਨੇ, ਉਹ ਤੁਸੀਂ ਐਂਡ 'ਤੇ ਕਰੋ, ਉਹਨਾਂ ਲਈ ਖੁੱਲ੍ਹਾ ਟਾਈਮ ਦਿਓ। ਈਵਨ ਕਿ ਪੇਪਰ ਤੋਂ ਪਹਿਲਾਂ ਤਾਂ ਜਿੰਨਾ ਪੜ੍ਹ ਸਕਦੇ ਹੋ, ਜਿਵੇਂ ਇਸ ਵਾਰ ਸਬ ਇੰਸਪੈਕਟਰ 'ਤੇ ਜਿਹੜਾ 21 'ਚ ਕੈਂਸਲ ਹੋਏਗਾ ਉਸ ਦੇ ਪੇਪਰ ਤੋਂ ਪਹਿਲਾਂ ਮੈਂ 2 ਦਿਨ ਸੁੱਤਾ ਨਹੀਂ, ਮਤਲਬ ਕਿ ਪੜ੍ਹਿਆ, 1.5 ਦਿਨ ਵਾਂਗੂ ਪੂਰਾ ਦੱਬ ਕੇ ਪੜ੍ਹਿਆ। ਇਸ ਕਰਕੇ ਥੋੜ੍ਹਾ ਜਿਹਾ ਸੈਕਰੀਫਾਈਸ ਕਰਨਾ ਪੈਂਦਾ ਹੈਗਾ, ਪਰ ਤਿਆਰੀ ਨਹੀਂ ਛੱਡਣੀ ਚਾਹੀਦੀ। ਜੇ ਤੁਹਾਡੀ ਕੰਸਿਸਟੈਂਸੀ ਹੈਗੀ, ਇੱਕ ਬੱਚਾ ਸਾਲ ਤੋਂ ਕੰਸਿਸਟੈਂਸੀ 'ਚ ਪੜ੍ਹਦਾ ਰਿਹਾ, ਇੱਕ 4 ਮਹੀਨੇ ਲਗਾਤਾਰ ਦਿਨ ਰਾਤ ਪੜ੍ਹ ਰਹੇਗਾ, ਉਹ ਸਾਲ ਵਾਲਾ ਉਹਨੂੰ ਕੰਪੀਟ ਕਰ ਜੂਗਾ। ਇਸ ਕਰਕੇ ਕੰਸਿਸਟੈਂਸੀ ਬਹੁਤ ਜ਼ਰੂਰੀ ਹੈਗੀ ਅਤੇ ਹਲਕਾ ਜਿਹਾ ਸਮਾਰਟ ਵਰਕ ਜ਼ਰੂਰੀ। ਜਦੋਂ 2021 ਵਾਲਾ ਸਬ ਇੰਸਪੈਕਟਰ ਦਾ ਪੇਪਰ ਕੈਂਸਲ ਹੋਇਆ ਸੀਗਾ ਜੀ, ਅਤੇ ਉਸ ਤੋਂ ਬਾਅਦ ਮੈਂ ਛੱਡੀ ਨਹੀਂ ਤਿਆਰੀ, ਮੈਂ ਇਨ ਟੱਚ ਰਿਹਾ। ਡੇਲੀ ਮੈਂ ਉਹਦੇ ਲਈ 3-4 ਘੰਟੇ ਪੜ੍ਹਦਾ ਸੀਗਾ। ਅਤੇ ਫਿਰ ਜਦੋਂ 2022 'ਚ ਨੋਟੀਫਿਕੇਸ਼ਨ ਆਇਆ ਵੀ ਹੁਣ ਪੇਪਰ ਹੋਊਗਾ, 1.5 ਕੁ ਮਹੀਨਾ ਪਹਿਲਾਂ ਪਤਾ ਲੱਗਿਆ ਸੀਗਾ, ਅਤੇ ਉਦੋਂ ਬਸ ਫਿਰ ਮੈਂ ਦਿਨ 'ਚ 10-12 ਘੰਟੇ ਪੜ੍ਹਦਾ ਸੀ। ਪ੍ਰੋਪਰ ਟਾਈਮ ਟੇਬਲ ਬਣਾ ਕੇ ਪੜ੍ਹਦਾ ਸੀਗਾ, ਸਵੇਰੇ ਲੱਗ ਜਾਂਦਾ ਸੀਗਾ ਅਤੇ ਵਿੱਚ ਦੀ ਬ੍ਰੇਕ ਬਹੁਤ ਜ਼ਰੂਰੀ ਹੁੰਦੇ ਸੀਗੇ। ਮਤਲਬ 2 ਘੰਟੇ ਪੜ੍ਹਿਆ ਅਤੇ ਅੱਧਾ ਘੰਟਾ ਬ੍ਰੇਕ ਲਿਆ, ਜਾਂ 2 ਘੰਟੇ ਪੜ੍ਹਿਆ 15 ਮਿੰਟ ਬ੍ਰੇਕ ਲਿਆ, ਕਿਉਂਕਿ ਕੰਟੀਨਿਊਸਲੀ ਤੁਸੀਂ 10 ਘੰਟੇ ਪੜ੍ਹ ਨਹੀਂ ਸਕਦੇ। ਅੱਛਾ ਜੀ। ਅਤੇ ਇਸ ਤੋਂ ਬਾਅਦ ਜਿਵੇਂ ਹੁਣ ਤੁਸੀਂ ਕੋਚਿੰਗ ਬਾਰੇ ਜਾਂ ਚੀਜ਼ਾਂ ਬਾਰੇ ਦੱਸਤਾ ਵੀ ਰਿਵੀਜ਼ਨ ਦੀ ਵੀ ਕੀ ਇੰਪੋਰਟੈਂਸ ਹੈ, ਜਾਂ ਫਿਰ ਪੇਪਰ ਤੋਂ 1.5-2 ਮਹੀਨੇ ਪਹਿਲਾਂ ਤੁਸੀਂ ਕਿਵੇਂ ਤਿਆਰੀ ਕਰਦੇ ਸੀਗੇ। ਇੱਕ ਚੀਜ਼ ਹੋਰ ਥੋੜ੍ਹੀ ਜਿਹੀ ਕਲੀਅਰ ਕਰ ਦਿਓ ਵੀ ਕੀ ਤੁਸੀਂ ਟੈਸਟ ਵੀ ਦਿੰਦੇ ਸੀਗੇ ਜਦੋਂ ਕੋਈ ਐਗਜ਼ਾਮ ਆਉਣਾ ਆ ਉਸ ਤੋਂ ਪਹਿਲਾਂ ਟੈਸਟ ਸੀਰੀਜ਼ ਵਗੈਰਾ ਦਿੰਦੇ ਸੀਗੇ, ਜਾਂ ਫਿਰ ਜਿਵੇਂ ਕਈ ਬੁੱਕਸ ਆਉਂਦੀਆਂ ਨੇ ਅਤੇ ਉਹਦੇ ਵਿੱਚ ਪੁਰਾਣੇ ਪੇਪਰ ਹੁੰਦੇ ਆ, ਜਾਂ ਸਿਰਫ ਉਹਨਾਂ ਨੂੰ ਸੋਲਵ ਕਰਦੇ ਸੀ? ਹਾਂਜੀ, ਇਹ ਜਿਹੜਾ ਟੈਸਟ ਸੀ ਕਿ ਮੈਂ ਆਫਕੋਰਸ ਕਾਫੀ ਟੈਸਟ ਦਿੱਤੇ ਨੇ। ਬੇਸਿਕਲੀ ਮੈਂ ਦੇਖਦਾ ਸੀ ਪੇਪਰ ਕਿੱਦਾਂ ਦਾ, ਮਤਲਬ ਕਿ ਜਿਵੇਂ SSC ਦੇ ਵਿੱਚ ਮੈਂ ਪੇਪਰ ਦਿੰਦਾ ਰਿਹਾ, ਉਹਦੇ ਵਿੱਚ ਕੀ ਹੁੰਦਾ ਤੁਹਾਡਾ ਟਾਈਮ ਅਤੇ ਸਪੀਡ ਬਹੁਤ ਮੈਟਰ ਕਰਦੀ ਹੈ। ਉੱਥੇ ਤੁਹਾਨੂੰ ਮੌਕ ਜ਼ਰੂਰ ਦੇਣੇ ਚਾਹੀਦੇ ਨੇਗੇ। ਇੱਕ ਇੱਦਾਂ ਦਾ ਸੀਨ ਹੁੰਦਾ ਜਿਵੇਂ 2021 ਦੇ ਵਿੱਚ ਪੇਪਰ ਹੋਇਆ ਸੀਗਾ, ਉਹ ਔਨਲਾਈਨ ਬੇਸ ਸੀਗਾ, CBT ਬੇਸ ਸੀ, ਕੰਪਿਊਟਰ ਬੇਸਡ। ਉੱਥੇ ਬੱਚਿਆਂ ਨੂੰ ਕਾਫੀ ਦਿੱਕਤ ਆਉਂਦੀ ਹੈ ਸਕਰੀਨ ਵੱਲ ਦੇਖਣਾ, ਫਿਰ ਪੇਪਰ 'ਤੇ ਸੋਲਵ ਕਰਨਾ ਕੁਐਸਚਨ ਨੂੰ, ਤਾਂ ਉਸ ਕਰਕੇ ਉਹਦੀ ਪ੍ਰੈਕਟਿਸ ਹੋਣੀ ਬਹੁਤ ਜ਼ਰੂਰੀ ਹੈਗੀ। ਅਤੇ ਜਿਵੇਂ ਇਸ ਵਾਰ ਆਫਲਾਈਨ ਪੇਪਰ ਹੋਇਆ ਸੀ, ਜ਼ਿਆਦਾਤਰ ਚਾਂਸ ਸੀਗਾ ਵੀ ਮੈਥ ਰੀਜ਼ਨਿੰਗ ਫਿਰ ਟਾਈਮ ਕੰਜ਼ਿਊਮ ਹੋਵੇਗੀ, ਇਸ ਕਰਕੇ ਪ੍ਰੈਕਟਿਸ ਹੋਣੀ ਬਹੁਤ ਜ਼ਰੂਰੀ ਹੈ। ਅੱਜ ਤੋਂ ਪਹਿਲਾਂ ਮਤਲਬ ਕਿ 2016 ਦੇ ਟਾਈਮ ਇੰਨਾ ਮੈਟਰ ਨਹੀਂ ਕਰਦਾ ਸੀ, ਬੱਚਿਆਂ ਦਾ 3 ਘੰਟੇ ਦਾ ਪੇਪਰ ਹੁੰਦਾ, ਘੰਟੇ 'ਚ ਨਿਬੜ ਜਾਂਦਾ, ਕਿਉਂਕਿ GS ਆਉਂਦੀ ਹੈ ਤਾਂ ਆਉਂਦੀ ਹੈ, ਨਹੀਂ ਆਉਂਦੀ, ਉਹਦਾ ਕੋਈ ਸੋਲਿਊਸ਼ਨ ਨਹੀਂ। ਤੁਸੀਂ ਪੇਪਰ ਨੂੰ ਐਨਾਲਾਈਜ਼ ਕਰੋ, ਕਿਉਂਕਿ ਪੇਪਰ ਦਾ ਪੈਟਰਨ ਪਤਾ ਲੱਗ ਜਾਂਦਾ ਹੈਗਾ ਵੀ ਉਹਦੇ ਵਿੱਚ ਰੀਜ਼ਨਿੰਗ, ਮੈਥ
ਮੇਨਲੀ ਜਿਹੜਾ ਟਾਈਮ ਕੰਜ਼ਿਊਮਿੰਗ ਹੁੰਦਾ ਵੀ ਉਹ ਕਿਵੇਂ, ਜੇ ਤਾਂ ਤੁਹਾਡੇ ਲਈ ਖੁੱਲ੍ਹਾ ਟਾਈਮ ਹੈ ਤਾਂ ਕੋਈ ਉਹ ਨਹੀਂ, ਫਿਰ ਤੁਸੀਂ ਪੁਰਾਣੇ ਪੇਪਰ ਲਾਓ। ਮਤਲਬ ਕਿ ਬੇਸਿਕਲੀ ਉਦੋਂ ਤੁਸੀਂ ਨੌਲੇਜ ਇਕੱਠੀ ਕਰੋ। ਜੇ ਤੁਹਾਡੇ ਕੋਲ ਪੇਪਰ ਇੱਦਾਂ ਦਾ ਹੈਗਾ ਵੀ ਉਹਦੇ ਵਿੱਚ ਟਾਈਮ ਘਟੂਗਾ, ਫਿਰ ਤੁਸੀਂ ਪ੍ਰੈਕਟਿਸ ਕਰੋ। ਮਤਲਬ ਕਿ ਪ੍ਰੈਕਟਿਸ ਤਾਂ ਬਹੁਤ ਜ਼ਰੂਰੀ ਹੈ ਮੌਕ ਦੇਣ ਦੀ, ਕਿਉਂਕਿ ਇਹਦੇ ਵਿੱਚ ਤੁਸੀਂ ਕਈ ਨਵੀਆਂ ਟੈਕਨੀਕ ਸਿੱਖਦੇ ਹੋ। ਜਿਵੇਂ ਕਈ ਕੁਐਸਚਨ ਦੇ ਵਿੱਚ ਐਲੀਮੀਨੇਸ਼ਨ ਬੇਸਡ ਕੁਐਸਚਨ ਨੂੰ ਸੋਲਵ ਕਰਦੇ ਹਾਂ ਵੀ 4 ਆਪਸ਼ਨਾਂ ਨੇ, 3 ਆਪਸ਼ਨਾਂ ਨਹੀਂ ਹੋ ਸਕਦੀਆਂ, ਚੌਥੀ ਹੋਵੇਗੀ। ਇਸ ਕਰਕੇ ਮੌਕ ਜ਼ਰੂਰ ਦੇਣੇ ਚਾਹੀਦੇ ਨੇਗੇ। ਤੁਹਾਨੂੰ ਪੇਪਰ ਦੇਖ ਲੈਣਾ ਚਾਹੀਦਾ ਵੀ CBT ਬੇਸਡ ਹੈ ਜਾਂ ਆਫਲਾਈਨ ਬੇਸਡ ਹੈਗਾ, ਤਾਂ ਉਸ ਹਿਸਾਬ ਨਾਲ ਕਰਨੇ ਚਾਹੀਦੇ ਨੇ। ਹਾਂ, GS ਦੇ ਤੁਸੀਂ ਪੁਰਾਣੇ ਕੁਐਸਚਨ ਕਰੋ ਅਤੇ ਕਰੰਟ ਅਫੇਅਰ ਤੁਸੀਂ ਔਨਲਾਈਨ ਵਗੈਰਾ ਜਿੱਥੇ ਜਿਹੜੇ ਵੀ ਸੋਰਸ ਤੋਂ ਕਰ ਰਹੇ ਹੋਗੇ ਉਹਨੂੰ ਚੰਗੀ ਤਰ੍ਹਾਂ ਕਰੋ। ਰਿਵੀਜ਼ਨ ਹਮੇਸ਼ਾ ਜ਼ਰੂਰੀ ਹੈਗੀ, ਮਤਲਬ ਕਿ ਪ੍ਰੈਕਟਿਸ ਮੌਕ 'ਤੇ ਉੱਦਾਂ। ਠੀਕ ਹੈ। ਹਾਂਜੀ, ਮੌਕ ਟੈਸਟ ਤਾਂ ਬਹੁਤ ਜ਼ਰੂਰੀ ਨੇ। ਉਹਦੇ ਨਾਲ ਟਾਈਮ ਮੈਨੇਜਮੈਂਟ ਦਾ ਪਤਾ ਲੱਗਦਾ ਵੀ ਤੁਸੀਂ ਕਿੰਨੇ ਟਾਈਮ 'ਚ ਪੇਪਰ ਅਟੈਂਪਟ ਕਰਦੇ ਹੋ ਅਤੇ ਤੁਹਾਡੇ ਕੋਲ ਪੇਪਰ ਚੈੱਕ ਕਰਨ ਲਈ ਕਿੰਨਾ ਟਾਈਮ ਬਚਦਾ। ਜਿਹੜੇ ਕੁਐਸਚਨ ਤੁਹਾਡੇ ਰਹਿ ਜਾਂਦੇ ਆ ਜਾਂ ਤੁਹਾਨੂੰ ਨਹੀਂ ਆਉਂਦੇ ਹੁੰਦੇ ਤਾਂ ਤੁਸੀਂ ਉਹਨਾਂ ਨੂੰ ਦੁਬਾਰਾ ਦੇਖ ਸਕਦੇ ਹੋ। ਅਤੇ ਪ੍ਰੀਵੀਅਸ ਈਅਰ ਪੇਪਰ ਬਹੁਤ ਜ਼ਰੂਰੀ ਹੈ। ਜਿੰਨਾ ਮੌਕ ਟੈਸਟ ਜ਼ਰੂਰੀ ਹੈ ਉਨੀ ਪ੍ਰੀਵੀਅਸ ਈਅਰ ਪੇਪਰ ਜ਼ਰੂਰੀ ਨੇ, ਕਿਉਂਕਿ ਉਹਦੇ 'ਚ ਤੁਹਾਨੂੰ ਪੈਟਰਨ ਦਾ ਪਤਾ ਲੱਗਦਾ ਵੀ ਕਿਹੜੀ ਕਿਹੜੀ ਚੀਜ਼ ਪੜ੍ਹਨੀ ਹੈ, ਕਿਹੜੀ ਕਿਹੜੀ ਚੀਜ਼ ਛੱਡਣੀ ਆ। ਆਲਮੋਸਟ ਆਪਾਂ ਮੈਨੂੰ ਲੱਗਦਾ ਸਾਰੀਆਂ ਚੀਜ਼ਾਂ ਕਵਰ ਕਰ ਲਈਆਂ। ਫਿਰ ਵੀ ਜਿਵੇਂ ਕੁਝ ਸਟੂਡੈਂਟ ਦੇ ਇਹ ਡਾਊਟ ਨਾ ਜਿਹੜੇ ਤਿਆਰੀ ਕਰ ਰਹੇ ਆ ਵੀ ਸਾਡਾ ਮੈਥ ਰੀਜ਼ਨਿੰਗ ਬਹੁਤ ਕਮਜ਼ੋਰ ਹੈ ਜੀ, ਅਸੀਂ ਮੈਥ ਰੀਜ਼ਨਿੰਗ ਕਿੱਥੋਂ ਕਰੀਏ, ਤਾਂ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਕਿ ਉਹ ਪ੍ਰੈਕਟਿਸ ਹੀ ਕਰਦੇ ਰਹਿਣ ਜਾਂ ਫਿਰ ਜੇ ਉਹਨਾਂ ਦੇ ਬੇਸਿਕ ਕਮਜ਼ੋਰ ਹੈ ਤਾਂ ਉਹ ਕੀ ਕਰਨ? ਦੂਜੀ ਚੀਜ਼ ਜਿਵੇਂ ਮੈਥ ਰੀਜ਼ਨਿੰਗ ਹੈ, ਕੁਝ ਕੈਂਡੀਡੇਟਸ ਦੀ ਜਿਹੜੀ ਆ ਇੰਗਲਿਸ਼ ਕਮਜ਼ੋਰ ਹੈ, ਤਾਂ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਮੈਥ ਰੀਜ਼ਨਿੰਗ ਅਤੇ ਇੰਗਲਿਸ਼ ਵਾਸਤੇ? ਬੇਸਿਕਲੀ ਮੈਥਸ ਦੇ ਵਿੱਚ ਹੁੰਦੇ ਨੇ ਤੁਹਾਡੇ ਕੰਸੈਪਟ। ਤੁਸੀਂ ਇੱਕ ਵਾਰ ਕੰਸੈਪਟ ਕਲੀਅਰ ਕਰੋ ਅਤੇ ਫਿਰ ਸਟੈਂਡਰਡ ਬੁੱਕਸ ਪੜ੍ਹੋ, ਉਹਨਾਂ ਤੋਂ ਪ੍ਰੈਕਟਿਸ ਕਰੋ ਅਤੇ ਪ੍ਰੀਵੀਅਸ ਈਅਰ ਕੁਐਸਚਨ ਕਰੋ, ਤੁਹਾਨੂੰ ਪੈਟਰਨ ਪਤਾ ਲੱਗ ਜੂ। ਜੇ ਵੀ ਤੁਹਾਡੇ ਕੰਸੈਪਟ ਨਹੀਂ ਕਲੀਅਰ ਹੈਗੇ ਤਾਂ ਤੁਸੀਂ ਕੋਈ ਇੰਸਟੀਚਿਊਟ ਜੁਆਇਨ ਕਰ ਲਓ। ਬੇਸਿਕਲੀ ਮੈਥਸ ਰੀਜ਼ਨਿੰਗ ਦੀ ਤਾਂ ਇਹੀ ਇੱਕੋ ਇੱਕ ਹੱਲ ਹੈ, ਤੁਹਾਨੂੰ ਇੰਸਟੀਚਿਊਟ ਜੁਆਇਨ ਕਰਨਾ ਹੀ ਪਊਗਾ ਜਾਂ ਕੋਈ ਔਨਲਾਈਨ ਮਤਲਬ ਕਿ ਕੋਈ ਕਿਤੋਂ ਵੀ ਕੋਚਿੰਗ ਇੰਸਟੀਚਿਊਟ ਤੋਂ ਤੁਸੀਂ ਕੋਰਸ ਕਰੋ। ਮੈਥ ਰੀਜ਼ਨਿੰਗ ਤੁਸੀਂ ਪ੍ਰੋਪਰ ਚੰਗੀ ਤਰ੍ਹਾਂ ਕਰੋ। ਇੰਗਲਿਸ਼ ਦਾ ਕੀ ਇੱਕ ਲੈਂਗੁਏਜ ਹੈਗੀ, ਉਹਦੇ ਲਈ ਤੁਹਾਨੂੰ ਟਾਈਮ ਦੇਣਾ ਹੀ ਪਊਗਾ। ਜਿਵੇਂ ਮੇਰਾ ਕੇਸ ਹੈ, ਮੈਂ ਇੱਕ ਬੁੱਕ ਸੀਗੀ ਨੀਤੂ ਸਿੰਘ ਮੈਡਮ ਦੀ ਬੁੱਕ ਸੀਗੀ, KD ਕੈਂਪਸ ਦੇ ਟੀਚਰ ਨੇ, ਉਹਨਾਂ ਦੀ ਬੁੱਕ ਸੀਗੀ ਇੱਕ, ਉਹਨੂੰ ਮੈਂ ਚੰਗੀ ਤਰ੍ਹਾਂ ਕੀਤਾ, ਕੱਲਾ ਰੂਲ ਬੜੇ ਪੇਸ਼ੈਂਸ ਨਾਲ। ਉਹ ਬੜੀ ਵਧੀਆ ਗ੍ਰਾਮਰ ਤੁਸੀਂ ਉਹਦੇ ਬਿਹਾਫ 'ਤੇ ਬੜੀ ਵਧੀਆ ਸਕੋਰ ਕਰ ਸਕਦੇ ਹੋ। ਬਾਕੀ ਲੈਂਗੁਏਜ ਹੈ, ਲੈਂਗੁਏਜ ਸਿੱਖਣਾ ਬੜਾ ਸਲੋ ਪ੍ਰੋਸੈਸ ਹੁੰਦਾ ਹੈਗਾ, ਤੁਸੀਂ ਇੱਕ ਦਿਨ 'ਚ ਨਹੀਂ ਕਰ ਸਕਦੇ ਜਾਂ ਪੇਪਰ ਤੋਂ 10 ਦਿਨ ਪਹਿਲਾਂ ਨਹੀਂ ਕਰ ਸਕਦੇ। ਇਹ ਹੌਲੀ ਪੇਸ ਨਾਲ ਤੁਹਾਨੂੰ ਲੈਂਗੁਏਜ ਕਰਨੀ ਪਊਗੀ। ਅਤੇ ਬਾਕੀ ਉਹੀ ਸੇਮ ਚੀਜ਼ ਹੈਗੀ, ਪੇਪਰ ਦਾ ਪੈਟਰਨ ਕਿੱਦਾਂ ਦਾ ਉਹ 'ਤੇ ਜਾਓ। ਮੈਥ ਰੀਜ਼ਨਿੰਗ ਦਾ ਤਾਂ ਇਹੀ ਹੈ, ਤੁਹਾਨੂੰ ਕੰਸੈਪਟ ਕਲੀਅਰ ਕਰਨੇ ਪੈਣਗੇ, ਉਹਦੇ ਬਾਅਦ 'ਚੋਂ ਕੁਐਸਚਨ ਲਗਾਓ, ਤੁਹਾਡਾ ਹੋ ਜਾਊਗਾ ਇਹ ਚੀਜ਼। ਸਰ, ਮੈਥ ਰੀਜ਼ਨਿੰਗ ਦੇ ਤਾਂ ਬੇਸਿਕਸ ਕਲੀਅਰ ਕਰਨੇ ਪੈਣਗੇ। ਜੇ ਨਹੀਂ ਹੈਗੇ ਉਹਦੇ ਲਈ ਜੇ ਇੰਸਟੀਚਿਊਟ ਹੈਗਾ ਕੋਈ ਵਧੀਆ ਤਾਂ ਉਹ ਜੁਆਇਨ ਕਰਨਾ ਚਾਹੀਦਾ ਜ਼ਰੂਰ। ਜੇ ਉਹਦੀ ਇੰਸਟੀਚਿਊਟ ਦੀ ਨਹੀਂ ਹੈਗੀ ਆਪਸ਼ਨ ਤਾਂ ਔਨਲਾਈਨ ਆਪਾਂ ਕਰ ਸਕਦੇ ਹਾਂ। ਅਤੇ ਬੇਸਿਕਸ ਤੋਂ ਬਾਅਦ ਬਸ ਪ੍ਰੈਕਟਿਸ ਆ, ਜਿੰਨੀ ਤੁਸੀਂ ਵੱਧ ਕਰੋਗੇ ਓਨੇ ਤੁਸੀਂ ਜ਼ਿਆਦਾ ਪ੍ਰੋਫੀਸ਼ੀਐਂਟ ਹੋਵੋਗੇ ਉਹਦੇ 'ਚ। ਅਤੇ ਲੈਂਗੁਏਜ ਤਾਂ ਆਪਾਂ ਹੌਲੀ ਸਿੱਖਦੇ ਆਂਗੇ। ਲੈਂਗੁਏਜ ਲਈ ਤੁਸੀਂ ਰੋਜ਼ ਮਤਲਬ ਇੱਕ ਨਿਊਜ਼ਪੇਪਰ ਪੜ੍ਹ ਸਕਦੇ ਹੋ ਤਾਂ ਕਿ ਤੁਹਾਨੂੰ ਉਹਦੇ 'ਚੋਂ ਵੋਕੈਬਲਰੀ ਪਤਾ ਲੱਗੇ ਅਤੇ ਉਹਦਾ ਫਲੋ ਪਤਾ ਲੱਗੇ ਵੀ ਇਹ ਕਿਵੇਂ ਗ੍ਰਾਮਰ ਹੁੰਦੀ ਆ। ਕਿਸੇ ਬੁੱਕ ਨੂੰ ਫੋਲੋ ਕਰ ਸਕਦੇ ਹਾਂ ਆਪਾਂ, ਥੋਰੋਲੀ ਪੜ੍ਹ ਸਕਦੇ ਹਾਂ ਉਹਨੂੰ ਟਾਈਮ ਲਾ ਕੇ। ਕੋਈ ਵੀ ਇੱਕ ਵਧੀਆ ਬੁੱਕ ਲਈ ਆਪਾਂ ਨੂੰ ਆਰਾਮ ਨਾਲ 1.5-2 ਮਹੀਨੇ ਲੱਗ ਜਾਂਦੇ ਆ ਇੰਗਲਿਸ਼ ਦੀ ਬੁੱਕ ਨੂੰ। ਅਤੇ ਬਸ ਜਿਵੇਂ ਮੈਨੂੰ ਲੱਗਦਾ ਆਲਮੋਸਟ ਸਾਰੇ ਕੁਐਸਚਨ ਅਸੀਂ ਕੰਪਲੀਟ ਕਰ ਲਏ ਹੋਣੇ ਆ। ਕਈ ਕੈਂਡੀਡੇਟਸ ਹੈਗੇ ਆ ਜਿਨ੍ਹਾਂ ਨੂੰ ਸਾਲ ਲੱਗ ਜਾਂਦਾ ਐਗਜ਼ਾਮ ਕਲੀਅਰ ਕਰਨ ਨੂੰ, ਅਤੇ ਕੁਛ ਕੈਂਡੀਡੇਟਸ ਇੱਦਾਂ ਦੇ ਵੀ ਹੁੰਦੇ ਜਿਹੜੇ 4-5 ਮਹੀਨੇ 'ਚ ਐਗਜ਼ਾਮ ਕਲੀਅਰ ਕਰ ਲੈਂਦੇ ਆ। ਅਤੇ ਕੈਂਡੀਡੇਟਸ ਨੂੰ ਇਹ ਨਹੀਂ ਸਮਝ ਲੱਗਦਾ ਵੀ 4-5 ਮਹੀਨੇ ਵਾਲੇ ਨੇ ਇੰਨੀ ਜਲਦੀ ਕਿਵੇਂ ਕਰ ਲਿਆ ਅਤੇ ਸਾਲ ਵਾਲੇ ਨੇ ਇੰਨਾ ਟਾਈਮ ਕਿਵੇਂ ਲਾ ਲਿਆ। ਦੇਖੋ ਇਹ ਚੀਜ਼ਾਂ ਕੁਛ ਡਿਪੈਂਡ ਕਰਦੀਆਂ ਤੁਹਾਡੇ ਬੇਸਿਕਸ 'ਤੇ ਵੀ ਤੁਹਾਡੀ ਸਕੂਲਿੰਗ 'ਚ ਕਿਵੇਂ ਸੀਗੇ ਤੁਹਾਡੇ। ਜੇ ਮੰਨ ਲਓ ਕਿਸੇ ਦੇ ਇੰਗਲਿਸ਼ ਅਤੇ ਮੈਥ ਰੀਜ਼ਨਿੰਗ ਦੇ ਬੇਸਿਕਸ ਹੀ ਕਲੀਅਰ ਆ, ਉਹਨੂੰ ਪਤਾ ਬੇਸਿਕਸ ਬਾਰੇ, ਤਾਂ ਉਹਨੂੰ ਫਿਰ ਤਿਆਰੀ ਦਾ ਟਾਈਮ ਬੜਾ ਜ਼ੋਰ ਲਾਉਣ ਦੀ ਲੋੜ ਨਹੀਂ ਪੈਂਦੀ। ਇੱਦਾਂ ਹੀ ਆ ਜਿਵੇਂ ਇੱਕ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀਗੀ ਜਿਹਦੇ ਵਿੱਚ ਸਬ ਇੰਸਪੈਕਟਰ ਪਰਵਿੰਦਰ ਨੇ ਐਗਜ਼ਾਮ ਕਲੀਅਰ ਕੀਤਾ ਆ ਅਤੇ ਉਹਦੇ ਬੇਸਿਕਸ ਕਲੀਅਰ ਸੀਗੇ, ਤਾਂ ਕਰਕੇ ਉਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਘੱਟ ਲੱਗਿਆ। ਤਾਂ ਉਹ ਜ਼ਿਆਦਾਤਰ ਇਹ ਹੁੰਦਾ ਵੀ ਜਦੋਂ ਆਪਾਂ ਪੰਜਾਬ 'ਚੋਂ ਹੈਗੇ ਹਾਂ ਅਤੇ ਪੰਜਾਬੀ ਮੀਡੀਅਮ 'ਚੋਂ ਪੜ੍ਹੇ ਹਾਂ ਤਾਂ ਜ਼ਿਆਦਾਤਰ ਸਟੂਡੈਂਟਸ ਦੀ ਜਿਹੜੀ ਇੰਗਲਿਸ਼ ਥੋੜ੍ਹੀ ਕਮਜ਼ੋਰ ਹੁੰਦੀ ਹੈ ਅਤੇ ਤਾਂ ਕਰਕੇ ਫਿਰ ਆਪਾਂ ਨੂੰ ਪੇਪਰ ਤੋਂ ਪਹਿਲਾਂ ਥੋੜ੍ਹਾ ਟਾਈਮ ਜ਼ਿਆਦਾ ਲਾਉਣਾ ਪੈਂਦਾ। ਤਾਂ ਇਹ ਚੀਜ਼ ਜਿਹੜੀ ਆ ਇੰਡੀਵਿਜੂਅਲ ਟੂ ਇੰਡੀਵਿਜੂਅਲ ਡਿਪੈਂਡ ਕਰਦੀ ਹੈ ਵੀ ਉਹਨੂੰ ਟਾਈਮ ਜ਼ਿਆਦਾ ਲੱਗੂਗਾ ਜਾਂ ਘੱਟ ਲੱਗੂਗਾ। ਬਾਕੀ ਮੇਨ ਚੀਜ਼ ਇਹ ਹੈ ਵੀ ਤੁਸੀਂ ਕੰਸਿਸਟੈਂਸੀ ਰੱਖੋ ਅਤੇ ਰਿਵੀਜ਼ਨਾਂ ਵੱਲ ਜ਼ੋਰ ਦਿਓ ਅਤੇ ਵੱਧ ਤੋਂ ਵੱਧ ਟੈਸਟ ਦਿਓ। ਅਤੇ
ਦੋਵਾਂ ਜਣਿਆਂ ਦਾ ਹੀ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਵੀ ਇਹ ਅੱਜ ਸਪੈਸ਼ਲ ਟਾਈਮ ਕੱਢ ਕੇ ਆਏ ਆ ਸੰਗਰੂਰ ਤੋਂ ਚੰਡੀਗੜ੍ਹ, ਖਾਸ ਤੌਰ 'ਤੇ ਵੀ ਤੁਹਾਨੂੰ ਚੀਜ਼ਾਂ ਜਿਹੜੀਆਂ ਅਸੀਂ ਸ਼ੇਅਰ ਕਰ ਸਕੀਏ, ਵੀ ਹੈਲਪ ਹੋ ਸਕੇ ਜਿੰਨੇ ਵੀ ਕੈਂਡੀਡੇਟਸ ਤਿਆਰੀ ਕਰ ਰਹੇ ਆ। ਤਾਂ ਉਮੀਦ ਕਰਦਾ ਵੀ ਤੁਹਾਨੂੰ ਕਾਫੀ ਸਾਰੀ ਚੀਜ਼ਾਂ ਕਲੀਅਰ ਹੋਈਆਂ ਹੋਣਗੀਆਂ, ਡਾਊਟ ਕਲੀਅਰ ਹੋਣਗੇ। ਅਤੇ ਇਸ ਤੋਂ ਇਲਾਵਾ ਵੀ ਜੇ ਮੰਨ ਲਓ ਤੁਹਾਡੇ ਮਨ 'ਚ ਕੋਈ ਸਵਾਲ ਉੱਠਦਾ ਆ ਤਾਂ ਤੁਸੀਂ ਮੈਨੂੰ ਟੈਲੀਗ੍ਰਾਮ 'ਤੇ ਜਿਹੜਾ ਗਰੁੱਪ ਆ ਸਬ ਇੰਸਪੈਕਟਰ PP, ਉਹ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ। ਅਤੇ ਇੰਸਟਾਗ੍ਰਾਮ 'ਤੇ ਚੈਨਲ ਹੈ ਮੇਰਾ JS ਭੁੱਲਰ ਵਲੋਗਸ, ਉਹ 'ਤੇ ਵੀ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਇੱਦਾਂ ਦੀਆਂ ਹੋਰ ਇਨਫੋਰਮੇਸ਼ਨਲ ਵੀਡੀਓ ਸੁਣਨ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ ਤੁਹਾਡਾ ਦੋਵਾਂ ਦਾ ਬਹੁਤ ਜੀ। ਸਤਿ ਸ਼੍ਰੀ ਅਕਾਲ।